ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਹੋਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਸੋਹਣਾ ਸੁੰਦਰ ਇਤਿਹਾਸ ਜੋ ਸ਼ਾਮ ਦੇ ਸਮੇਂ ਹਰ ਰੋਜ਼ ਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੀ ਹਾਜ਼ਰੀ ਭਰਦਿਆਂ ਸਤਸੰਗ ਰੂਪ ਦੇ ਵਿੱਚ ਮਾਈ ਭਾਈ ਸਰਵਣ ਕਰ ਰਹੇ ਹੋ। ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਜੋ ਇਹ ਇਤਿਹਾਸ ਦਸਾਂ ਪਾਤਸ਼ਾਹੀਆਂ ਦਾ ਜੀਵਨ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਕਥਾ ਜੋ ਚੱਲ ਰਹੀ ਹੈ, ਲੜੀ ਤਹਿਤ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਾਤਸ਼ਾਹ ਦੇ ਜੀਵਨ ਪ੍ਰਸੰਗ ਵਿੱਚ ਇਹ ਇਤਿਹਾਸ ਸਰਵਣ ਕੀਤਾ ਹੈ ਕਿ ਮਹਾਰਾਜ ਬੌਲੀ ਸਾਹਿਬ ਦੀ ਕਾਰ ਸੇਵਾ ਆਰੰਭ ਕਰਵਾਈ। ਬਹੁਤ ਮਾਈ ਭਾਈ ਸੇਵਾ ਕਰਦੇ ਨੇ ਉੱਥੇ। ਭਾਈ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੇਵਾ ਕਰ ਰਹੇ ਹਨ। ਲਾਹੌਰ ਤੋਂ ਯਾਤਰੀ ਹਰਿਦੁਆਰ ਨੂੰ ਜਾ ਰਹੇ ਸੀ, ਜਿਨ੍ਹਾਂ ਦੇ ਵਿੱਚ ਕੋਈ ਨੇੜੇ ਤੇੜੇ ਦਾ ਗੁਰੂ ਰਾਮਦਾਸ ਮਹਾਰਾਜ ਦਾ ਭਰਾ ਲੱਗਦਾ ਹੈ, ਕੋਈ ਚਾਚਾ ਤਾਇਆ ਲੱਗਦਾ ਹੈ, ਕੋਈ ਕੁੱਲ ਵਿੱਚੋਂ ਨੇ। ਉਹ ਇੱਥੇ ਰੁਕ ਗਏ ਗੋਇੰਦਵਾਲ ਸਾਹਿਬ। ਇੱਕ ਦੂਜੇ ਨਾਲ ਗੱਲਾਂ ਕਰਦੇ ਆ ਕਿ ਇਸ ਤਰ੍ਹਾਂ ਆਪਣੇ ਵੀ ਜੋ ਗੁਰੂ ਰਾਮਦਾਸ ਮਹਾਰਾਜ ਨੂੰ ਉੱਥੇ ਜੇਠਾ ਜੇਠਾ ਕਰਕੇ ਵੀ ਪਰਿਵਾਰ ਦੇ ਲੋਕ ਘਰਾਂ ਦੇ ਕਹਿੰਦੇ ਸਨ। ਕਹਿੰਦੇ ਭਾਈ ਇੱਥੇ ਆਪਣੇ ਜਿਹੜੇ ਬਾਬੇ ਹਰਦਾਸ ਹੋਏ ਉਹਨਾਂ ਦਾ ਪੁੱਤਰ ਹੈ ਤੇ ਉਹ ਤੇ ਗੁਰੂ ਘਰ ਦਾ ਗੁਰੂ ਅਮਰਦਾਸ ਮਹਾਰਾਜ ਦਾ ਜਵਾਈ ਹੈ।
ਉਹ ਵੀ ਇੱਥੇ ਰਹਿੰਦਾ। ਮਿਲਦੇ ਆ ਜਦੋਂ ਮਹਾਰਾਜ ਨੂੰ ਸੇਵਾ ਕਰਦੇ ਆ, ਵੇਖਿਆ ਸਿਰ ਤੇ ਟੋਕਰੀ ਧਰੀ ਹੈ ਤੇ ਕੁਝ ਗੁੱਸੇ ਵੀ ਹੁੰਦੇ ਆ, ਕੋਈ ਮਖੌਲ ਕਰਦੇ ਨੇ। ਜਵਾਈ ਹੋਵੇ ਗੁਰੂ ਘਰ ਦਾ ਤੇ ਇੱਥੇ ਟੋਕਰੀਆਂ ਢੋਂਦਾ ਹੈ, ਤੂੰ ਤੇ ਕੁੱਲ ਨੂੰ ਲਾਜ ਲਾਉਣਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਿਹੜੀ ਸੇਵਾ ਹੈ ਨਾ, ਇਹਦਾ ਮਹੱਤਵ ਤੁਸੀਂ ਕੀ ਜਾਣਦੇ ਹੋ? ਇਹ ਸੇਵਾ ਕਰਨ ਵਾਲੇ ਦੇ ਸੰਕਟ ਕੱਟੇ ਜਾਂਦੇ ਆ, ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜਾ ਕੋਈ ਸੇਵਾ ਕਰਦਾ ਹੈ, ਮਨ ਵਾਂਛਿਤ ਫਲ ਦੀ ਪ੍ਰਾਪਤੀ ਹੁੰਦੀ ਹੈ। ਇਉਂ ਗੁਰੂ ਦੀ ਸੇਵਾ ਗੁਰਮੁਖੋ ਇੱਕ ਤਿਲ ਵੀ ਪਰਮਾਤਮਾ ਗਵਾਉਂਦਾ ਨਹੀਂ। ਸਤਿਗੁਰੂ ਦੀ ਸੇਵਾ ਨਾਲ ਮਹਾਨ ਲਾਭ ਪ੍ਰਾਪਤ ਹੁੰਦੇ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਇਹ ਜਵਾਬ ਦਿੱਤਾ। ਉਹ ਚਲੇ ਗਏ। ਦੂਸਰੇ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਨੂੰ ਸੱਦ ਕੇ ਪੁੱਛਿਆ ਵੀ ਕੱਲ ਜਿਹੜੀ ਗੱਲ ਹੋਈ ਹੈ ਤੁਹਾਡੇ ਨਾਲ, ਕਹਿੰਦੇ ਮਹਾਰਾਜ ਉਹਨਾਂ ਨੂੰ ਕੀ ਗਿਆਨ ਹੈ? ਉਹਨਾਂ ਨੂੰ ਜੇ ਮੱਤ ਹੋਵੇ ਫਿਰ ਉਹ ਕਿੱਥੇ ਜਾਣ? ਇਹ ਮੱਤ ਤੋਂ ਹੀਣੇ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਗੁਰੂ ਦੀ ਸੇਵਾ ਦਾ ਮਹੱਤਵ। ਗੁਰੂ ਰਾਮਦਾਸ ਪਾਤਸ਼ਾਹ ਤੇ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ। ਮਹਾਰਾਜ ਕਹਿੰਦੇ, ਰਾਮਦਾਸ ਤੂੰ ਭਾਈ ਮੈਨੂੰ ਸੇਵਾ ਕਰਕੇ ਵਸ ਕਰ ਲਿਆ। ਉੱਚੀਆਂ ਵਡਿਆਈਆਂ ਦਾ ਤੂੰ ਮਾਲਕ ਹੈ, ਅਸੀਂ ਇਹ ਜਾਣ ਲਿਆ ਹੈ। ਗੁਰੂ ਸਾਹਿਬ ਜੀ ਦੀ ਉਹ ਸੇਵਾ ਦਾ ਦੂਰ ਦੂਰ ਤੱਕ ਇਹ ਬੌਲੀ ਦਾ ਕਾਰ ਸੇਵਾ ਵਿੱਚ ਖਬਰਾਂ ਪਹੁੰਚੀਆਂ, ਬੇਅੰਤ ਸੰਗਤਾਂ ਆਉਂਦੀਆਂ। ਇੱਕ ਮਾਈ ਦਾਸ ਵੈਸ਼ਨਵ ਮੱਤ ਦਾ ਕਰਮਕਾਂਡੀ ਸਾਧੂ ਹੈ, ਜਿਹੜਾ ਕ੍ਰਿਸ਼ਨ ਭਗਵਾਨ ਦਾ ਪਾਸ਼ਿਕ ਹੈ। ਇਹਦੇ ਮਨ ਵਿੱਚ ਆਇਆ ਮੈਂ ਵੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਾਂ, ਗੁਰਸਿੱਖਾਂ ਕੋਲੋਂ ਮਹਿਮਾ ਸੁਣੀ। ਤੇ ਜਦੋਂ ਚੱਲ ਕੇ ਗੋਇੰਦਵਾਲ ਸਾਹਿਬ ਆਇਆ, ਮਹਾਰਾਜ ਦਾ ਹੁਕਮ ਸੀ ਪਹਿਲਾਂ ਲੰਗਰ ਵਿੱਚ ਪ੍ਰਸ਼ਾਦਾ ਛਕੋ, ਫੇਰ ਸਾਡੇ ਦਰਸ਼ਨ ਹੋਣਗੇ। ਇਹ ਜਦੋਂ ਗਿਆ, ਇਹਨੇ ਵੇਖਿਆ ਇੱਥੇ ਸਾਰੇ ਇੱਕੋ ਪੰਗਤ 'ਚ ਬੈਠੇ ਆ। ਕਹਿਣ ਲੱਗਿਆ ਵੀ ਇੱਥੇ ਤਾਂ ਕੋਈ ਸੁੱਚਮ ਨਹੀਂ ਹੈ। ਮੈਂ ਤੇ ਇਸ ਤਰ੍ਹਾਂ ਮਨ 'ਚ ਸੋਚਦਾ ਪ੍ਰਸ਼ਾਦਾ ਛਕ ਨਹੀਂ ਸਕਦਾ, ਤੇ ਗੁਰੂ ਸਾਹਿਬ ਦੇ ਦਰਸ਼ਨ ਹੋਣੇ, ਚੱਲ ਮਨਾ ਦਰਸ਼ਨ ਕਰਨੇ ਹੀ ਰਹਿਣ ਦਿੰਦੇ ਆ, ਮੈਂ ਆਪਣਾ ਧਰਮ ਨਹੀਂ ਭ੍ਰਸ਼ਟ ਕਰਨਾ। ਇਹ ਮਾਈ ਦਾਸ ਇੱਥੋਂ ਫਿਰ ਵੈਸ਼ਨਵ ਸਾਧੂ ਆਚਾਰੀ ਕਰਮਕਾਂਡੀ ਇਹ ਬ੍ਰਾਹਮਣ ਸੀ, ਦਵਾਰਕਾ ਵੱਲ ਨੂੰ ਤੁਰ ਪਿਆ। ਉੱਥੇ ਚੱਲ ਕੇ ਕ੍ਰਿਸ਼ਨ ਭਗਵਾਨ ਦੇ ਹੀ ਦਰਸ਼ਨ ਕਰਦੇ ਆ। ਰਸਤੇ ਵਿੱਚ ਜੰਗਲ ਜਿਹਾ ਸੀ, ਮੀਂਹ ਮੂੰਹ ਆਇਆ, ਬਹੁਤਾ ਬਾਰਿਸ਼ ਆਈ। ਇੱਕ ਦਰਖਤ ਦਾ ਖੋਲ ਜਿਹਾ ਸੀ, ਉਹਦੇ ਵਿੱਚ ਖੜ ਕੇ 3 ਦਿਨ ਨੂੰ ਬੀਤ ਗਏ। ਭੁੱਖ ਨੇ ਵੀ ਬਹੁਤ ਸਤਾਇਆ। ਅਰਦਾਸਾਂ ਕਰਦਾ, ਕ੍ਰਿਸ਼ਨ ਭਗਵਾਨ ਮੈਂ ਤਾਂ ਤੇਰੇ ਦਰਸ਼ਨ ਕਰਨ ਵਾਸਤੇ ਆਇਆ ਸੀ, ਆ ਦੁੱਖ ਕਸ਼ਟ। ਉਸ ਸਮੇਂ ਫਿਰ ਇਹਨੂੰ ਆਕਾਸ਼ਬਾਣੀ ਹੋਈ, ਮਾਈ ਦਾਸ ਤੂੰ ਗੁਰੂ ਦੇ ਦਰਸ਼ਨ ਕਰਨੇ ਛੱਡ ਕੇ ਆਇਆ, ਤਾਂ ਦੱਸ ਫਿਰ ਮੇਰੇ ਦਰਸ਼ਨ ਤੈਨੂੰ ਕਿਵੇਂ ਹੋ ਸਕਦੇ ਆ? ਉਹ ਗੁਰੂ ਭਗਵਾਨ ਹੈ, ਆਪ ਹਰੀ ਜਿਨ੍ਹਾਂ ਨੇ ਅਵਤਾਰ ਧਾਰਿਆ ਹੋਇਆ ਹੈ। ਜਾਂ ਇਉਂ ਕਰ, ਜੇ ਕਲਿਆਣ ਚਾਹੁੰਦਾ ਤਾਂ ਉਹਨਾਂ ਦੇ ਦਰਸ਼ਨ ਕਰ ਜਾ ਕੇ, ਤੈਂ ਮਨ ਵਿੱਚ ਕੋਈ ਸ਼ੰਕਾ ਨਹੀਂ ਕਰਨੀ ਹੈ। ਫਿਰ ਇਹ ਮਾਈ ਦਾਸ ਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਆਇਆ, ਗੁਰੂ ਸਾਹਿਬ ਦੇ ਦਰਸ਼ਨ ਕੀਤੇ ਐ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਰਮ ਸੇਵਕ ਬਣਿਆ, ਸਿੱਖੀ ਧਾਰਨ ਕੀਤੀ। ਕਹਿੰਦਾ ਮਹਾਰਾਜ ਹੁਣ ਮੈਨੂੰ ਵੀ ਸੇਵਾ ਚਲਾਓ। ਮਹਾਰਾਜ ਕਹਿੰਦੇ ਆ ਬੌਲੀ ਦੀ ਕਾਰ ਸੇਵਾ ਚੱਲਦੀ ਹੈ, ਇਹਦੇ ਵਿੱਚ ਤੂੰ ਸੇਵਾ ਲੱਗ ਜਾ ਭਾਈ। ਇਹ ਪ੍ਰਸੰਗ ਕੱਲ ਆਪਾਂ 11ਵੇਂ ਘਰ ਦਾ ਸਰਵਣ ਕੀਤਾ ਹੈ। ਆਓ ਅੱਗੇ ਪ੍ਰੇਮ ਸਤਿਕਾਰ ਦੇ ਨਾਲ 12ਵੇਂ ਘਰ ਦੇ ਪ੍ਰਸੰਗ ਸਰਵਣ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਾਈ ਦਾਸ ਸੰਗਤ ਮਿਲਿਓ, ਕਰ ਹੈ ਸੇਵ ਮਹਾਨ। ਇਹ ਮਾਈ ਦਾਸ ਬ੍ਰਾਹਮਣ ਵੈਸ਼ਨੋ ਸਾਧੂ ਸੰਗਤ ਵਿੱਚ ਮਿਲ ਕਰਕੇ ਗੁਰੂ ਸਾਹਿਬ ਦੇ ਦਰ ਘਰ ਦੀ ਮਹਾਨ ਸੇਵਾ ਕਰਦਾ ਹੈ। ਖੋਦਤ ਜਲ ਲੱਗ ਗੇ ਜਬੈ, ਨਿਕਸਿਓ ਕੜ ਇੱਕ ਆਨ। ਜਦੋਂ ਗੁਰਮੁਖੋ ਬੌਲੀ ਸਾਹਿਬ ਦੀ ਖੁਦਾਈ ਕਰਦੇ ਗਏ, ਪਾਣੀ ਦੇ ਕੋਲ ਪਹੁੰਚੇ ਆ ਜਿੱਥੇ ਪਾਣੀ, ਤਾਂ ਉੱਥੇ ਇੱਕ ਕੜ ਆ ਗਿਆ। ਕੜ ਜਿਹੜਾ ਹੈ ਉਹ ਜਿਵੇਂ ਬਹੁਤ ਇੱਕ ਭਾਰੀ ਪੱਥਰ ਸੀ। ਉਹ ਪੱਥਰ ਕੜ ਕਹਿੰਦੇ, ਉਹਨੂੰ ਭੰਨਣਾ ਪੈਣਾ ਸੀ, ਫੇਰ ਥੱਲਿਓਂ ਪਾਣੀ ਨਿਕਲਣਾ ਸੀ। ਉਹ ਪੱਥਰ ਕੜ ਅੱਗੇ ਬੌਲੀ ਦੇ ਵਿੱਚ ਅੜ ਗਿਆ, ਉਹਨੂੰ ਕੜ ਕਿਹਾ ਹੈ। ਆਮ ਇਤਿਹਾਸ ਸੁਣਦੇ ਨੇ, ਬੌਲੀ ਦਾ ਕੜ ਭੰਨਿਆ। ਉਹ ਇੱਕ ਭਾਈ ਜਦੋਂ ਪਾਣੀ ਦੀ ਖੋਜ ਕਰਦੇ ਆ, ਪੁੱਟਦਿਆਂ ਉੱਥੇ ਤੱਕ ਗਏ ਹਨ, ਤਾਂ ਪੱਤਣ ਹੁੰਦਾ ਹੈ ਪਾਣੀ। ਤਾਂ ਹੁਣ ਉਹਨਾਂ ਸਮੇਂ ਦਰਿਆ ਸੀ, ਬਥੇਰਾ ਉੱਚਾ ਸੀ, ਪਰ ਅਸਲ ਵਿੱਚ ਬੌਲੀ ਪੁੱਟ ਕੇ ਉਹਨੂੰ ਪੱਕਿਆਂ ਕਰਦਿਆਂ ਪੱਤਣ ਤੱਕ ਜਾਣਾ ਸੀ। ਸਹੀ ਪੱਤਣ ਜਿਹੜਾ ਮਿਲ ਜੇ, ਕਿਉਂਕਿ ਫਿਰ ਲੰਮਾ ਸਮਾਂ ਉਹ ਚੱਲਣਾ ਹੈ, ਬਾਕੀ ਤਾਂ ਉੱਪਰ ਥੱਲੇ ਹੁੰਦੇ ਰਹਿੰਦੇ ਨੇ ਪਾਣੀ। ਇਸ ਕਰਕੇ ਉਹ ਜਦੋਂ ਪੱਤਣ ਤੇ ਗਏ, ਉੱਥੇ ਕੜ ਪੱਥਰ ਸੀ ਇੱਕ। ਉਹ ਭਾਈ ਖੋਦਤ ਜਲ ਲੱਗ ਗੇ ਜਾਵੇ, ਜਦੋਂ ਕੋਲ ਗਏ ਜਿੱਥੇ ਪਾਣੀ ਸੀ, ਨਿਕਸਿਓ ਕੜ ਇੱਕ ਆਨ, ਇੱਕ ਪੱਥਰ ਕੜ ਨਿਕਲ ਆਇਆ ਹੈ। ਸੋਰਠਾ ਕੜਕਾ ਕਹਿ ਪ੍ਰਸੰਗ, ਸਿੱਖ ਗੁਰੂ ਢਿਗ ਆਏ ਕੈ। ਤਾਂ ਫਿਰ ਆ ਕੇ ਉਹ ਕੜ ਦਾ ਸਾਰਾ ਪ੍ਰਸੰਗ ਗੁਰਸਿੱਖਾਂ ਨੇ ਗੁਰੂ ਸਾਹਿਬ ਕੋਲ ਆ ਕੇ ਦੱਸਿਆ। ਆਵਤ ਭਇਓ ਉਮੰਗ, ਇਤਨੇ ਮੈਂ ਨਰ ਸ਼ਾਹ ਕੋ। ਤਾਂ ਉਸ ਸਮੇਂ ਭਾਈ ਉਤਸ਼ਾਹ ਦੇ ਨਾਲ, ਇੱਧਰ ਤਾਂ ਹੁਣ ਸਿੱਖਾਂ ਦੱਸਿਆ ਮਹਾਰਾਜ ਕੜ ਆ ਗਿਆ, ਉਹ ਭੰਨਣਾ ਪੈਣਾ। ਦੂਜੇ ਪਾਸੇ ਉਹ ਸਮਾਂ ਸੀ, ਇਹ ਇਤਿਹਾਸ ਤੁਸੀਂ ਕਵੀਰਾਜ ਭਾਈ ਸੰਤੋਖ ਸਿੰਘ ਜੀ ਦਾ ਜਿਨ੍ਹਾਂ ਸੁਣਿਆ, ਉਹਨਾਂ ਨੂੰ ਪਤਾ ਹੈ ਵੀ ਚਤੌੜ ਦਾ ਕਿਲਾ ਸੀ, ਰਾਜਸਥਾਨ ਦੇ ਵਿੱਚ ਹੈ, ਜਿੱਥੇ ਉਹ ਕਿਲੇ ਵਾਲੇ ਬਾਗੀ ਹੋ ਗਏ ਸੀ ਰਾਜਪੂਤ। ਦੋ ਭਰਾ ਸੀ ਤੇ ਉਹਨਾਂ ਦੇ ਨਾਂ ਜੈਮਲ ਤੇ ਫੱਤਾ ਸੀ ਸ਼ਾਇਦ। ਤੇ ਇਹ ਫਿਰ ਉਹ ਜਿਵੇਂ ਹੁਣ ਪੁਰਾਣੇ ਸਮਿਆਂ ਵਿੱਚ ਜੈਮਲ ਫੱਤੇ ਦੀਆਂ 12 ਗਾਉਂਦੇ ਹੁੰਦੇ ਸੀ ਢਾਡੀ, ਉਹਨਾਂ ਨੇ ਉਹ ਕਿਲੇ ਦਾ ਸਾਰਾ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਦੱਸਿਆ ਕਿੰਨੇ ਕਿਲੋਮੀਟਰਾਂ 'ਚ ਉਹ ਕਿਲਾ, ਕਿਤੇ ਕੋਈ ਛੋਟਾ ਜੀ ਗੱਲ ਨਹੀਂ ਸੀ। ਅਕਬਰ ਬਾਦਸ਼ਾਹ ਹੰਭ ਗਿਆ ਸੀ, 1 ਸਾਲ ਬੈਠਾ ਰਿਹਾ, ਉਹ ਕਿਲਾ ਨਹੀਂ ਸੀ ਫਤਿਹ ਹੋਇਆ। ਇੰਨੇ ਉਹ ਅੰਦਰੋਂ ਸੂਰਮੇ ਕਿ ਇੱਕ ਪਾਸੇ ਹਿੰਦੁਸਤਾਨ ਦੀਆਂ ਫੌਜਾਂ ਸਰਕਾਰ ਹੈ, ਇੱਕ ਪਾਸੇ ਉਹ ਸੂਰਮੇ 2 ਜਾਣੇ ਭਰਾ, 2 ਕਿਲੇ ਦੇ ਮਾਲਕ, ਕਿਲੇ ਚਾਕੀ ਹੋਏ ਆਪਣੀਆਂ ਫੌਜਾਂ ਨਾਲ ਬੈਠੇ ਐ। ਜਦੋਂ ਸਾਲ ਲੰਘ ਗਿਆ, ਸਰਕਾਰੀ ਖਰਚੇ ਕਿੰਨੇ ਹੋ ਜਾਣੇ ਤੇ ਸਰਕਾਰ ਦਾ ਇੱਕ ਪਾਸੇ ਧਿਆਨ ਹੋ ਜੇ। ਫਿਰ ਇਧਰੋਂ ਵੀ ਬਾਗੀ ਸੁਰਾਂ ਵੀ ਦੇਸ਼ ਵਿੱਚੋਂ ਉੱਠਣੀਆਂ ਸ਼ੁਰੂ ਹੋ ਗਈਆਂ, ਕਿਉਂ ਅਕਬਰ ਬਾਦਸ਼ਾਹ ਤੇ ਉਧਰ ਲੱਗਿਆ ਹੋਇਆ ਸੀ। ਫਿਕਰ ਪੈ ਗਿਆ ਅਕਬਰ ਬਾਦਸ਼ਾਹ ਨੂੰ, ਕੀ ਕੀਤਾ ਜਾਵੇ, ਪੀਰ ਫਕੀਰ ਹੋਰ ਬੜੇ ਮਨਾਉਂਦਾ ਹੈ। ਤਾਂ ਫਿਰ ਕਿਸੇ ਨੇ ਕਿਹਾ ਅਕਬਰ ਵੀ ਇਹ ਜਿੱਤ ਹੋ ਸਕਦੀ ਹੈ ਜੇ ਗੁਰੂ ਅਮਰਦਾਸ ਮਹਾਰਾਜ ਤੈਨੂੰ ਬਰ ਬਚਨ ਦੇ ਦੇਣ। ਤਾਂ ਉਸ ਸਮੇਂ ਇਹਨੇ ਫਿਰ ਆਪਣੇ ਅਹਿਲਕਾਰ ਅਮੀਰ ਵਜ਼ੀਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਭੇਜੇ ਸੀ ਕਿ ਜਾਓ ਮੇਰੇ ਵੱਲੋਂ ਗੁਰੂ ਅਮਰਦਾਸ ਜੀ ਨੂੰ ਬੇਨਤੀ ਕਰੋ। ਉਹ ਪ੍ਰਸੰਗ ਦੱਸ ਰਹੇ ਹੈ ਕਿ ਕੜਕਾ ਕਹੈ ਪ੍ਰਸੰਗ, ਸਿੱਖ ਗੁਰੂ ਢਿਗ ਆਏ ਕੈ। ਜਦੋਂ ਉਧਰੋਂ ਤਾਂ ਕੜ ਦਾ ਪ੍ਰਸੰਗ ਕਹਿ ਰਹੇ ਨੇ ਜਿਹੜੇ ਸਿੱਖ ਸੇਵਾ ਕਰਦੇ ਆ ਕਿ ਮਹਾਰਾਜ ਨੂੰ ਦੱਸ ਰਹੇ ਆ, ਮਹਾਰਾਜ ਬੌਲੀ ਚ ਕੜ ਆ ਗਿਆ, ਮੂਹਰੇ ਪੱਥਰ
ਹੁਣ ਉਹ ਭੰਨਣਾ ਜ਼ਰੂਰੀ ਹੈ ਤੇ ਭੰਨਣਾ ਵੀ ਕੋਈ ਉਹ ਸੌਖੀ ਨਹੀਂ, ਕਿਉਂਕਿ ਸਭ ਨੂੰ ਪਤਾ ਸੀ ਜਦੋਂ ਇਹ ਭੰਨਿਆ ਤੇ ਵਿੱਚੋਂ ਬਹੁਤ ਪ੍ਰੈਸ਼ਰ ਨਾਲ ਪਾਣੀ ਤਾਹਾਂ ਨੂੰ ਆਉਣਾ ਹੈ ਇੱਕਦਮ। ਤੇ ਉਹ ਦੱਸ ਰਹੇ ਨੇ, ਆਵਤ ਭਇਓ ਉਮੰਗ ਇਤਨੇ ਮੈਂ ਨਰ ਸ਼ਾਹ ਕੋ। ਉਸੇ ਸਮੇਂ ਜਦੋਂ ਸਿੱਖ ਦੱਸ ਰਹੇ ਨੇ ਕਾੜ ਬਾਰੇ, ਤਾਂ ਆਵਤ ਭਇਓ ਉਮੰਗ ਇਤਨੇ ਮੈਂ ਨਰ ਸ਼ਾਹ ਕੋ। ਬਾਦਸ਼ਾਹ ਦੇ ਬੰਦੇ ਉਸ ਸਮੇਂ ਅਮੀਰ ਵਜ਼ੀਰ ਬੜੇ ਉਤਸ਼ਾਹ ਨਾਲ ਉਹ ਵੀ ਗੁਰੂ ਸਾਹਿਬ ਦੇ ਕੋਲ ਆਏ ਹਨ। ਦੋ ਹੋਰਾ, ਇੱਕ ਸਰਦਾਰ ਹਿਆਤ ਖਾਂ ਪੁਰੀ ਆਗਰੇ ਕੇਰ। ਇੱਕ ਹਿਆਤ ਖਾਂ ਮੁੱਖ ਸਰਦਾਰ ਫੌਜਾਂ ਦਾ, ਜਿਹੜਾ ਭਾਈ ਆਗਰੇ ਦੀ ਪੁਰੀ ਦਾ ਰਹਿਣ ਵਾਲਾ ਹੈ। ਬਿਗੜਿਓ ਆਕੀ ਸੋ ਭਇਓ ਗੜ ਚਤੌਰ ਬਿਨ ਬੇਰ। ਉਹ ਸਾਰਾ ਕੁਝ ਆ ਕੇ ਦੱਸਦਾ ਹੈ ਵੀ ਕਿਉਂ ਚਤੌੜਗੜ੍ਹ ਦੇ ਕਿਲੇ ਵਿੱਚ ਵਿਗਾੜ ਪੈ ਗਿਆ। ਉੱਥੋਂ ਦੇ ਜਿਹੜੇ ਚਤੌੜ ਦੇ ਰਾਜੇ ਨੇ ਉਹ ਵਿਗੜ ਗਏ, ਆਕੀ ਹੋ ਗਏ ਨੇ ਬਾਦਸ਼ਾਹ ਨਾਲ। ਬਿਨਾਂ ਦੇਰੀ ਤੋਂ ਚਤੌੜਗੜ੍ਹ ਦੇ ਵਿੱਚ ਬਾਗੀ ਹੋਏ ਲੜ ਰਹੇ ਹਨ। ਅਕਬਰ ਕਰੀ ਚੜ੍ਹਾਈ ਤਬ ਟੁੱਟਿਓ ਨਾ ਕਰਤੇ ਜੰਗ। ਚਤੌੜ ਦਾ ਕਿਲਾ ਇੰਨਾ ਮਜ਼ਬੂਤ ਸੀ, ਅਕਬਰ ਨੇ ਚੜ੍ਹਾਈ ਕਰਤੀ, ਫੌਜਾਂ ਲੈ ਗਿਆ, ਪਰ ਜੰਗ ਕਰਦਿਆਂ ਉਹ ਕਿਲਾ ਨਾ ਇਸ ਤੋਂ ਫਤਿਹ ਹੋਇਆ। ਸ੍ਰੀ ਸਤਿਗੁਰ ਢਿਗ ਨਰ ਪਠਿਓ ਬਹੁਤ ਬੇਨਤੀ ਸੰਗ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਫਿਰ ਅਕਬਰ ਬਾਦਸ਼ਾਹ ਨੇ ਆਪਣੇ ਬੰਦੇ ਭੇਜੇ ਵੀ ਬਹੁਤ ਬੇਨਤੀਆਂ ਸਹਿਤ। ਮੇਰੇ ਵੱਲੋਂ ਅਕਬਰ ਕਹਿੰਦਾ ਮਹਾਰਾਜ ਨੂੰ ਬੇਨਤੀਆਂ ਕਰਿਓ, ਅਰਦਾਸ ਕਰਿਓ। ਚੌਪਈ ਪੀਰ ਫਕੀਰ ਪ੍ਰਥਮ ਬਹੁ ਸੇਵੇ। ਦੱਸਿਆ ਮਹਾਰਾਜ ਬੜੇ ਪੀਰ ਫਕੀਰ ਵੀ ਬਾਦਸ਼ਾਹ ਨੇ ਸੇਵੇ ਨੇ। ਹੋਏ ਪ੍ਰਸੰਨ ਸਭ ਹੀ ਬਰ ਦੇਵੇ। ਤੇ ਉਹ ਪ੍ਰਸੰਨ ਹੋ ਕੇ ਸਾਰੇ ਉਹਨਾਂ ਨੇ ਵੀ ਆਪਣੇ ਬਰ ਦਿੱਤੇ ਅਕਬਰ ਨੂੰ ਕਿ ਜਾ ਹੁਣੇ ਕੰਮ ਤੇਰਾ ਬਣ ਜੂ। ਪਰ ਮਹਾਰਾਜ ਜੀ ਨਹੀਂ ਫਤਿਹ ਭਾ ਦੁਰਗ ਚਿਤੌਰ। ਜਿਹੜਾ ਚਿਤੌੜ ਦਾ ਕਿਲਾ ਹੈ ਉਹ ਮਹਾਰਾਜ ਅਕਬਰ ਤੋਂ ਫਤਿਹ ਨਹੀਂ ਹੋਇਆ ਹੈ। ਅਬ ਮੈਂ ਸ਼ਰਨ ਹਾਥ ਕੋ ਜੋਰ। ਤੇ ਹੁਣ ਅਸੀਂ ਉਹਦੇ ਵੱਲੋਂ ਮਹਾਰਾਜ ਅਕਬਰ ਵੱਲੋਂ ਤੁਹਾਡੀ ਸ਼ਰਨ ਵਿੱਚ ਹੱਥ ਜੋੜ ਕੇ ਪਹੁੰਚੇ ਹਾਂ, ਬੇਨਤੀਆਂ ਕਰਦੇ ਹਾਂ, ਕਿਰਪਾ ਕਰੋ ਕਿ ਉਹ ਕਿਲਾ ਫਤਿਹ ਹੋ ਜਾਵੇ। ਸੁਣ ਗੁਰ ਕਹਿਓ ਤਬੈ, ਸੁਣ ਗੁਰ ਕਹਿਓ ਤਬੈ ਗੜ ਫੂਟੇ। ਹੁਣ ਇਧਰੋਂ ਸਿੱਖਾਂ ਨੇ ਮਹਾਰਾਜ ਨੂੰ ਦੱਸਿਆ ਮਹਾਰਾਜ ਕੜ ਨਹੀਂ ਟੁੱਟ ਰਿਹਾ, ਕਿ ਸਹਿਜ ਸੁਭਾਅ ਹੀ ਮਹਾਰਾਜ ਨੇ ਬਚਨ ਕਰਤਾ। ਕਿਉਂਕਿ ਇਕੱਠੀਆਂ ਹੀ ਬੇਨਤੀਆਂ ਹੋ ਗਈਆਂ। ਉਧਰੋਂ ਤਾਂ ਬਾਦਸ਼ਾਹ ਦੇ ਬੰਦੇ ਉਹਨਾਂ ਨੇ ਆਪਣੀ ਇੱਛਾ ਦੱਸੀ ਤੇ ਉਹ ਮਹਾਰਾਜ ਸੁਣ ਕੇ ਹਟੇ, ਤੇ ਉਧਰੋਂ ਸਿੱਖਾਂ ਨੇ ਦੱਸਤਾ ਮਹਾਰਾਜ ਕੜ ਨਹੀਂ ਟੁੱਟ ਰਿਹਾ, ਕੜ ਆ ਗਿਆ ਬਹੁਤ। ਤਾਂ ਉਸ ਸਮੇਂ ਗੁਰੂ ਪਾਤਸ਼ਾਹ ਨੇ ਸਹਿਜ ਸੁਭਾਅ ਬਚਨ ਕਿਹਾ, ਸੁਣ ਗੁਰ ਕਹਿਓ ਤਬੈ ਗੜ ਫੂਟੇ। ਮਹਾਰਾਜ ਕਹਿੰਦੇ ਕਿਲਾ ਉਦੋਂ ਟੁੱਟੇਗਾ, ਕਿਲੇ ਤੇ ਫਤਿਹ ਉਦੋਂ ਹੋਵੇਗੀ। ਇਹ ਸੁਣ ਕੇ ਕਹਿਣ ਲੱਗੇ, ਇਹਾਂ ਬਾਵਲੀ ਕੋ ਕੜ ਟੁੱਟੇ। ਜਦੋਂ ਇੱਥੇ ਬੌਲੀ ਦਾ ਕੜ ਟੁੱਟ ਗਿਆ, ਸੋ ਮਾਨਵ ਸੁਨ ਤਹਾਂ ਰਹਾਇਓ। ਤੇ ਉਹ ਜਿਹੜਾ ਮਨੁੱਖ ਵਜ਼ੀਰ ਆਇਆ ਸੀ ਉਹ ਸੁਣ ਕੇ ਇੱਥੇ ਰਿਹਾ ਹੈ। ਨ੍ਰਿਪ ਦਿਸ ਤੈ ਬਹੁ ਗੁਣੀ ਲਗਾਇਓ। ਉਹਨੇ ਵੀ ਰਾਜੇ ਵੱਲੋਂ ਬੜੇ ਜਾਣਕਾਰ ਲਾ ਦਿੱਤੇ। ਇਉਂ ਕਰੋ ਛੇਤੀ। ਫਿਰ ਅਕਬਰ ਨੂੰ ਵੀ ਦੱਸਤਾ ਕਿ ਅਕਬਰ ਬਾਦਸ਼ਾਹ ਆਹ ਬਚਨ ਕੀਤਾ। ਤੇ ਅਕਬਰ ਕਹਿੰਦਾ ਆਪਣੇ ਲਾਓ ਬੰਦੇ, ਸੇਵਾ ਕਰਨ ਵਾਲੇ ਹੋਰ ਲਾਓ, ਮਾਹਰ ਲਾਓ ਜਿਹੜੇ ਚੰਗੇ ਜਾਣਕਾਰ ਹੈ। ਕੜ ਟੁੱਟੇ, ਮਹਾਰਾਜ ਦਾ ਜਿਹੜਾ ਬਚਨ ਸੀ, ਫੇਰ ਕਿਲਾ ਫਤਿਹ ਹੋ। ਤਾਂ ਉਸ ਸਮੇਂ ਨ੍ਰਿਪ ਦਿਸ ਤੈ ਬਹੁ ਗੁਣੀ, ਗੁਣੀ ਕਹੀਏ ਜਾਣਕਾਰ, ਬਹੁਤ ਉਹ ਵੀ ਭਾਈ ਬਾਦਸ਼ਾਹ ਵੱਲੋਂ ਲਾ ਦਿੱਤੇ।
ਸੇਵਾ ਕਰੈ ਸੰਗਤਾਂ ਆਈ। ਸੰਗਤਾਂ ਵੀ ਆ ਕੇ ਸੇਵਾ ਕਰ ਰਹੀਆਂ ਹਨ। ਨਹਿ ਟੂਟੈ ਕੜ ਬਹੁ ਕਠਨਾਈ। ਪਰ ਕੜ ਇੰਨਾ ਕਠਨ ਹੈ, ਸਖਤ ਨਹੀਂ ਟੁੱਟ ਰਿਹਾ। ਇੱਕ ਦਿਨ ਸ੍ਰੀ ਸਤਿਗੁਰ ਗੇ ਤਹਾਂ। ਇੱਕ ਦਿਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਆਪ ਉੱਥੇ ਗਏ। ਬੌਲੀ ਦੀ ਸੇਵਾ ਕੋਲ ਜਾ ਕੇ ਵੇਖਦੇ ਐ। ਬਾਪੀ ਕਾਰ ਕਰੈ ਸਿੱਖ ਜਹਾਂ। ਜਿੱਥੇ ਭਾਈ ਸਿੱਖ ਬੌਲੀ ਸਾਹਿਬ ਦੀ ਕਾਰ ਸੇਵਾ ਕਰ ਰਹੇ ਹਨ। ਮਾਣਕ ਚੰਦ ਪਥਰੀਆ ਜਾਤ। ਇੱਕ ਮਾਣਕ ਚੰਦ ਖੱਤਰੀ ਪਥਰੀਆ ਜਾਤੀ ਦਾ। ਖੱਤਰੀ ਕੁਲ ਦ੍ਰਿੜ ਸੁੰਦਰ ਗਾਤ। ਜੋ ਭਾਈ ਖੱਤਰੀਆਂ ਦੀ ਕੁਲ ਹੈ, ਸੋਹਣੀ ਸੁੰਦਰ ਮਰਿਆਦਾ ਚਾਲ ਵਾਲਾ। ਤੇਹ ਸੰਗ ਸਤਿਗੁਰ ਕੀਨ ਬਖਾਨ। ਉਹ ਭਾਈ ਮਾਣਕ ਚੰਦ ਨੂੰ ਸਤਿਗੁਰਾਂ ਨੇ ਇਹ ਬਚਨ ਕਹੇ, ਹੇ ਮਾਣਕ ਚੰਦ ਲੇਹੁ ਵਿਦਾਨ। ਵੈ ਮਾਣਕ ਚੰਦ ਤੂੰ ਭਾਈ ਵਿਦਾਨ ਚੱਕ ਘਣ ਚੁੱਕ ਲੈ। ਕਰਹੋ ਜੋਰ ਤੇ ਹਤੋ ਬਨਾਏ। ਤੇ ਪੂਰਾ ਜ਼ੋਰ ਲਾ ਕੇ ਉਹ ਘਣ ਜਿਹੜਾ ਪੱਥਰ ਤੇ ਮਾਰਨਾ ਹੈ। ਸੁਨ ਕਰ ਸਤ ਬਚਨ ਕਹਿ ਤਾਏ। ਭਾਈ ਮਾਣਕ ਚੰਦ ਨੇ ਸੁਣ ਕੇ ਸਤਿਗੁਰੂ ਨੂੰ ਸਤ ਬਚਨ ਕਿਹਾ। ਗੁਰ ਨਿਜ ਕਰ ਤਹਿ ਪੀਠ ਧਰਿਓ ਹੈ। ਗੁਰੂ ਸਾਹਿਬ ਨੇ ਆਪਣਾ ਹੱਥ ਉਹਦੀ ਪਿੱਠ ਤੇ ਰੱਖਿਆ ਹੈ। ਲੈ ਵਿਧਾਨ ਕੋ ਬੀਚ ਬਰਿਓ ਹੈ। ਉਹਨੇ ਘਣ ਚੁੱਕਿਆ ਤੇ ਬੌਲੀ ਵਿੱਚ ਜਾ ਵੜਿਆ ਹੈ। ਕਰ ਕੋ ਕਰ ਬਲ ਮਾਰਤ ਭਇਓ। ਇਉਂ ਭਾਈ ਪੂਰੇ ਬਲ ਨਾਲ ਉਹ ਵਿਧਾਨ ਜਿਹੜਾ ਘਣ ਸੀ ਉਹਨੂੰ ਹੱਥਾਂ ਵਿੱਚ ਫੜ ਕੇ ਮਾਰਦਾ ਹੈ। ਟੂਟਿਓ ਜਲ ਥੋ ਥਲ ਵਰ ਗਇਓ। ਤੇ ਇੱਕਦਮ ਉਹ ਕੜ ਟੁੱਟ ਗਿਆ। ਪੱਥਰ ਪਾਣੀ ਬਹੁਤ ਤੇਜ਼ੀ ਨਾਲ ਬਾਹਰ ਨਿਕਲਿਆ। ਭਾਈ ਮਾਣਕ ਚੰਦ ਪਾਣੀ ਦੇ ਵਿੱਚ ਹੀ ਰਹਿ ਗਿਆ। ਬੂਢਿਓ ਮਾਨਕ ਹਾਨੇ ਪ੍ਰਾਨ। ਮਾਣਕ ਚੰਦ ਪਾਣੀ ਦੇ ਵਿੱਚ ਹੀ ਡੁੱਬ ਗਿਆ ਹੈ। ਸੁਨ ਬਰਤੰਤੇ ਹੋ ਸਤਿਗੁਰ ਕਾਨ। ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਵੀ ਇਹ ਲਿਖਿਆ ਬੜੇ ਵਿਸਥਾਰ ਨਾਲ। ਉਹਦੀ ਮਾਤਾ ਨੂੰ ਪਤਾ ਲੱਗਿਆ। ਮਾਂ ਭੱਜ ਕੇ, ਨੌਜਵਾਨ ਸੀ ਮਾਣਕ ਚੰਦ, ਮਾਂ ਆਈ ਭੱਜੀ, ਮਹਾਰਾਜ ਮੇਰਾ ਪੁੱਤ ਡੁੱਬ ਗਿਆ, ਮਰ ਗਿਆ, ਮੈਂ ਨਹੀਂ ਰਹਿ ਸਕਦਾ। ਗੁਰਸਿੱਖਾਂ ਵੀ ਕਿਹਾ ਮਹਾਰਾਜ ਮਾਣਕ ਚੰਦ ਡੁੱਬ ਗਿਆ। ਇਉਂ ਬੜਾ ਬਰਾਗ ਮਾਂ ਨੇ ਕੀਤਾ ਹੈ। ਬੂਢਿਓ ਮਾਨਕ ਹਾਨੇ ਪ੍ਰਾਣ। ਮਾਣਕ ਚੰਦ ਡੁੱਬ ਗਿਆ, ਪ੍ਰਾਣ ਖਤਮ ਹੋ ਗਏ। ਸੁਨ ਬਰਤੰਤੇ ਹੋ ਸਤਿਗੁਰ ਕਾਨ। ਜਦੋਂ ਗੁਰੂ ਸਾਹਿਬ ਨੂੰ ਦੱਸਿਆ, ਗੁਰੂ ਸਾਹਿਬ ਨੇ ਬਰਤਾਂਤ ਕੰਨੀ ਸੁਣ ਕੇ ਮਾਣਕ ਹੋਏ ਸੋ ਮਰਤੋ ਨਾਹੀ। ਗੁਰੂ ਸਾਹਿਬ ਨੇ ਬਚਨ ਕਰਤਾ, ਕਦੇ ਮਾਣਕ ਵੀ ਡੁੱਬਦੇ ਹੁੰਦੇ ਆ, ਮਾਣਕ ਹੋ ਕੇ ਨਹੀਂ ਮਰੇਗਾ। ਲੈ ਆਵੋ ਤਿਸ ਕੋ ਹਮ ਪਾਹੀ। ਉਸੇ ਸਮੇਂ ਪਾਣੀ ਦੇ ਉੱਪਰ ਆ ਗਿਆ, ਕੱਢ ਲਿਆ। ਗੁਰੂ ਸਾਹਿਬ ਕਹਿੰਦੇ ਨੂੰ ਸਾਡੇ ਕੋਲ ਲਿਆਓ। ਸੁਣ ਮਾਣਕ ਕੋ ਲਿਆਏ ਨਿਕਾਸ। ਭਾਈ ਮਾਣਕ ਚੰਦ ਨੂੰ ਗੁਰਸਿੱਖ ਪਾਣੀ ਵਿੱਚੋਂ ਕੱਢ ਕੇ ਮਹਾਰਾਜ ਕੋਲ ਲੈ ਆਏ। ਧਰਿਓ ਆਣ ਕੈ ਸਤਿਗੁਰ ਪਾਸ। ਲਿਆ ਕੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੋਲ ਰੱਖਤਾ, ਚਰਨਾਂ ਕੋਲ। ਸਤਿਗੁਰ ਕਹਿ ਜਲ ਸਤਨਾਮ ਕਹਿ ਜਲ ਛਿਰਕਾਇਓ। ਗੁਰੂ ਸਾਹਿਬ ਨੇ ਸਤਨਾਮ ਕਹਿ ਕੇ ਜਲ ਦਾ ਛਿੱਟਾ ਦਵਾਇਆ ਹੈ। ਉੱਠ ਬੈਠਿਓ ਜਨ ਸੁਪਤ ਜਗਾਇਓ। ਉਹ ਇਉਂ ਉੱਠ ਕੇ ਬੈਠ ਗਿਆ ਜਿਵੇਂ ਕੋਈ ਸੁੱਤੇ ਨੂੰ ਜਗਾ ਦਿੱਤਾ ਹੋਵੇ। ਸਿਰ ਪਰ ਸਤਿਗੁਰ ਨੇ ਕਰ ਫੇਰਾ। ਉਹਦੇ ਸਿਰ ਤੇ ਸਤਿਗੁਰਾਂ ਨੇ ਹੱਥ ਫੇਰਿਆ ਹੈ। ਭਇਓ ਪ੍ਰਕਾਸ਼ ਬਿਨਾਸ਼ ਅੰਧੇਰਾ। ਗੁਰੂ ਦਾ ਸਿਰ ਤੇ ਹੱਥ ਧਰਿਆ ਤੇ ਗੁਰਮੁਖੋ ਬ੍ਰਹਮ ਗਿਆਨਤਾ ਬਖਸ਼ਤੀ ਮਹਾਰਾਜ ਨੇ। ਭਇਓ ਪ੍ਰਕਾਸ਼, ਗਿਆਨ ਪ੍ਰਕਾਸ਼ ਹੋ ਗਿਆ ਬ੍ਰਹਮ ਗਿਆਨ ਦਾ।
ਵਿਨਾਸ਼ ਅੰਧੇਰਾ। ਅਗਿਆਨਤਾ ਰੂਪੀ ਹਨੇਰੇ ਦਾ ਨਾਸ਼ ਹੋ ਗਿਆ। ਸਭ ਰਿੱਧ ਸਿੱਧ ਬਖਸ਼ਨ ਕੋ ਕਰਿਓ। ਸਾਰੀਆਂ ਰਿੱਧੀਆਂ ਸਿੱਧੀਆਂ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀਆਂ। ਨਾਮ ਜੀਵੜਾ ਤਿਸ ਕੋ ਧਰਿਓ। ਉਹਦਾ ਨਾਂ ਮਹਾਰਾਜ ਨੇ ਮਰ ਜੀਵੜਾ ਧਰ ਦਿੱਤਾ ਵੀ ਇਹ ਮਾਣਕ ਚੰਦ ਜੀਵੜਾ ਮਰ ਜੀਵੜਾ ਹੈ। ਮਾਈ ਦਾਸ ਹਕਾਰਿਓ ਪਾਸ। ਜਿਹੜਾ ਮਾਈ ਦਾਸ ਵੈਸ਼ਨੋ ਸਾਧੂ ਸੀ, ਜਿਹੜਾ ਸੇਵਾ ਕਰਦਾ, ਉਹਨੂੰ ਹੁਣ ਮਹਾਰਾਜ ਨੇ ਕੋਲ ਸੱਦ ਲਿਆ। ਜਿਹੜਾ ਪਹਿਲਾ ਪ੍ਰਸੰਗ ਆਪਾਂ ਕੱਲ ਸਰਵਣ ਕੀਤਾ ਮਾਈ ਦਾਸ ਦਾ, ਮਾਈ ਦਾਸ ਕੋਲ ਸੱਦਿਆ ਹੈ। ਤਿਸ ਸੰਗ ਕੀਨ ਸਬਾਕ ਪ੍ਰਕਾਸ਼। ਤੇ ਮਾਈ ਦਾਸ ਨੂੰ ਮਹਾਰਾਜ ਨੇ ਬਚਨ ਕਹੇ ਪ੍ਰਤੱਖ। ਤੋਹੇ ਗੁਰੂ ਇਹੋ ਮਾਣਕ ਚੰਦ। ਲੈ ਮਾਈ ਦਾਸ, ਇਹ ਮਾਣਕ ਚੰਦ ਦੇ ਤੂੰ ਚਰਨੀ ਲੱਗ ਜਾ। ਹੁਣ ਤੋਂ ਤੇਰਾ ਇਹ ਗੁਰੂ ਹੈ ਮੰਜੀਦਾਰ। ਭਾਵ ਇੱਕ ਤਾਂ ਜਿਵੇਂ ਹੁਣ ਗੁਰੂ ਦੇ ਅੱਗੇ ਵੀ ਆਪਾਂ ਇਹ ਗੱਲ ਵਿਸਤਾਰ ਨਾਲ ਵਿਚਾਰਦੇ ਰਹੇ ਹਾਂ। ਹੁਣ ਕਿੱਤੇ ਵਿੱਚ ਵੀ ਜੀ ਤੋਂ ਕਿਸੇ ਤੋਂ ਕਿੱਤਾ ਸਿੱਖ ਲਈ, ਉਹਨੂੰ ਵੀ ਆਪਾਂ ਕਹਿੰਦੇ ਹਾਂ ਵੀ ਭਾਈ ਆਹ ਕੰਮ ਤੂੰ ਕਿੱਥੋਂ ਸਿੱਖਿਆ, ਕੌਣ ਗੁਰੂ ਹੈ ਤੇਰਾ। ਫਿਰ ਗੁਰਮੁਖੋ ਜਿਵੇਂ ਸਕੂਲ 'ਚ ਪੜ੍ਹਾਉਂਦੇ ਟੀਚਰ, ਉਹਨਾਂ ਨੂੰ ਵੀ ਕਹਿੰਦੇ ਟੀਚਰ ਵੀ ਗੁਰੂ ਰੂਪ ਹੁੰਦਾ ਹੈ। ਕੋਈ ਵੀ ਸੰਸਾਰੀ ਵਿਦਿਆ, ਚਾਹੇ ਉਹ ਕਿੱਤੇ ਦੀ ਹੈ ਹੋਰ ਹੈ, ਵਿਦਿਆ ਦੇਣ ਵਾਲਾ ਗੁਰੂ ਹੈ ਨਾ। ਕਿਸੇ ਤੋਂ ਵੀ ਆਪਾਂ ਕੋਈ ਸਿੱਖ ਲਈਏ, ਉਹ ਕਥਾ ਕੀਰਤਨ, ਇਹ ਵੀ ਜਦੋਂ ਸਿੱਖਿਆ ਜਾਂਦਾ ਹੀ ਹੈ ਨਾ, ਭਾਈ ਸਾਡੇ ਵਿਦਿਆ ਦਾਤੇ ਗੁਰੂ ਆਪ ਹੈ। ਤੇ ਇੱਕ ਹੈ ਜਗਤ ਗੁਰੂ ਸਮਰੱਥ ਦਾਤਾ, ਜਿਹੜਾ ਧਰਮ ਰੂਪ ਵਿੱਚ ਗੁਰੂ, ਉਹ ਹਨ 10 ਪਾਤਸ਼ਾਹੀਆਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਤਾਂ ਫਿਰ ਸਾਰੇ ਪੰਥ ਦੇ ਗੁਰੂ ਹੈ ਨਾ। ਇੱਕ ਆਪਣੇ ਨਿਜ ਗੁਰੂ ਹੁੰਦੇ ਆ, ਕੋਈ ਕਿੱਤਾ ਸੁੱਖ ਲਿਆ ਉਹ ਗੁਰੂ, ਉਹ ਜ਼ਿੰਦਗੀ ਵਿੱਚ ਚਾਹੇ ਹੁਣ ਉਹਨਾਂ ਨੂੰ ਸ਼ਬਦਾਵਲੀ ਆਪਾਂ ਉਸਤਾਦ ਕਹਿ ਲਓ, ਚਾਹੇ ਵਿਦਿਆ ਗੁਰੂ ਕਹਿ ਲਓ, ਵਿਦਿਆ ਦਾਤੇ ਵੀ ਕਿਹਾ। ਇਹ ਸਤਿਕਾਰ ਦੇ ਹੀ ਸ਼ਬਦ ਹੈ। ਇਹ ਉਹ ਹੁੰਦਾ ਹੁਨਰ, ਕਿਸੇ ਨੇ ਵਿਦਿਆ ਦੇਤੀ ਕੋਈ ਸਾਸੰਗ ਰੂਪ ਨਾਲ। ਇੱਕ ਹੈ ਗੁਰਮੁਖੋ ਮੁਕਤੀ ਦਾਤਾ ਗੁਰੂ, ਪਰਮੇਸ਼ਰ ਦਾ ਮਿਲਾਪ ਕਰਾਉਣਾ, ਮੁਕਤੀ ਬਖਸ਼ ਕੇ, ਉਹ ਸਮਰੱਥ ਗੁਰੂ ਦੇ ਹੱਥ ਹੈ। ਤਾਂ ਗੁਰੂ ਸਾਹਿਬ ਜੀ ਨੇ ਬਚਨ ਕਰਤੇ, ਤੋਹੇ ਗੁਰੂ ਇਹ ਮਾਣਕ ਚੰਦ, ਕੇ ਹੁਣ ਤੂੰ ਮਾਣਕ ਚੰਦ ਦੀ ਹਾਜ਼ਰੀ ਵਿੱਚ ਰਹਿਣਾ, ਇਹਦੇ ਨਾਲ ਸੇਵਾ ਕਰਵਾਉਣੀ ਹੈ, ਸਿੱਖੀ ਦਾ ਪ੍ਰਚਾਰ ਕਰਵਾਉਣਾ ਹੈ। ਕਿਹਾ ਇਹ ਜਿਹੜਾ ਮਾਣਕ ਚੰਦ ਹੈ ਮਾਈ ਦਾਸ, ਇਹ ਤੇਰਾ ਗੁਰੂ ਹੈ। ਰਾਖੋ ਇਨ ਸੋ ਪ੍ਰੇਮ ਬਿਲੰਦ। ਇਹਦੇ ਨਾਲ ਤੂੰ ਮਹਾਨ ਪ੍ਰੇਮ ਰੱਖਣਾ ਹੈ। ਮੰਤਰ ਗੁਰੂ ਕੋ ਤੋਹੇ ਬਤਾਏ। ਇਹ ਗੁਰੂ ਨਾਨਕ ਦੇ ਮਹਾਰਾਜ ਦੇ ਘਰ ਦਾ ਜਿਹੜਾ ਮੰਤਰ ਹੈ ਵਾਹਿਗੁਰੂ, ਇਹ ਤੈਨੂੰ ਦੇਵੇਗਾ। ਜਪੀਐ ਪੁਨਹ ਸਰਬ ਸੁਖ ਦਾਏ। ਜਿਸ ਨੂੰ ਫਿਰ ਤੂੰ ਜਪ ਲਈ ਤੇ ਜੋ ਸਾਰੇ ਲਈ ਸੁਖਦਾਈ ਹੈ। ਸੁਨ ਮੁਦ ਮਾਈ ਦਾਸ ਵਿਸਾਲ। ਮੁਦ ਦਾ ਅਰਥ ਹੈ ਪ੍ਰਸੰਨਤਾ। ਇਹ ਸੁਣ ਕੇ ਮਾਈ ਦਾਸ ਬਹੁਤ ਜ਼ਿਆਦੇ ਪ੍ਰਸੰਨ ਹੋਇਆ ਹੈ। ਮਾਣਕ ਕੋ ਪਾਇਨ ਤਤਕਾਲ। ਤੇ ਮਾਣਕ ਚੰਦ ਦੇ ਤੁਰੰਤ ਮਹਾਰਾਜ ਨੇ ਚਰਨੀ ਪਾ ਦਿੱਤਾ। ਨਮਸਕਾਰ ਕਰ ਸਿੱਖੀ ਧਾਰੀ। ਤੇ ਨਮਸਕਾਰ ਕਰਕੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਧਾਰਨ ਕੀਤੀ। ਸ੍ਰੀ ਸਤਿਗੁਰ ਕੇ ਬਚਨ ਅਨੁਸਾਰੀ। ਹੋਇਆ ਸਾਰਾ ਕੁਝ ਗੁਰੂ ਦੇ ਬਚਨਾਂ ਨਾਲ ਹੀ। ਜਿਵੇਂ ਹੁਣ ਗੁਰੂ ਸਾਹਿਬ 10ਵੇਂ ਪਾਤਸ਼ਾਹ ਨੇ ਬਚਨ ਕਰਤਾ ਨਾ, ਇਹ ਭਾਈ ਜਿਹਨੇ ਮੇਰੀ ਸਿੱਖੀ ਧਾਰਨ ਕਰਨੀ ਹੈ ਉਹਨੂੰ 5 ਪਿਆਰਿਆਂ ਰਾਹੀਂ ਹੋਊਗੀ। ਇਹ ਬਚਨ ਹੈ ਤੇ 5 ਪਿਆਰਿਆਂ ਤੋਂ ਸਿੱਖੀ ਧਾਰਨ ਕਰੋ। ਇਉਂ ਸਤਿਗੁਰੂ ਨੇ ਬਚਨ ਕਰਤਾ। ਸ੍ਰੀ ਸਤਿਗੁਰ ਕੇ ਬਚਨ ਅਨੁਸਾਰੀ। ਗੁਰੂ ਅਮਰਦਾਸ ਜੀ ਦੇ ਬਚਨਾਂ ਦੇ ਅਨੁਸਾਰ। ਪੁਨ ਮਾਣਕ ਕੋ ਕਹਿਓ ਦਿਆਲ। ਫਿਰ ਭਾਈ ਮਾਣਕ ਚੰਦ ਨੂੰ ਦਿਆਲੂ ਸਤਿਗੁਰੂ ਨੇ ਬਚਨ ਕਹੇ। ਅਬ ਪੂਰਨ ਭੀ ਤੁਮਰੀ ਘਾਲ। ਹੁਣ ਭਾਈ ਮਾਣਕ ਚੰਦ ਤੇਰੀ ਘਾਲ ਕਮਾਈ ਪੂਰਨ ਹੋ ਗਈ। ਤੁਮ ਅਬ ਆਪਣੇ ਗ੍ਰਹਿ ਕੋ ਜਾਵੋ। ਹੁਣ ਤੂੰ ਭਾਈ ਆਪਣੇ ਗ੍ਰਹਿ ਘਰ ਚਲਿਆ ਜਾ।
ਸਤਨਾਮ ਕੋ ਜਾਪ ਜਪਾਵਹੁ। ਪਰਮੇਸ਼ਰ ਦੇ ਸੱਚੇ ਨਾਮ ਦਾ ਜਾਪ ਜਪਾ ਜਾ ਕੇ ਸੰਗਤਾਂ ਨੂੰ ਗੁਰ ਚੇਲਾ ਦੋਨੋਂ ਤਬ ਹੋਏ। ਫਿਰ ਇਹ ਭਾਈ ਮਾਣਕ ਚੰਦ ਤੇ ਇਹਦਾ ਚੇਲਾ ਬਣਾਤਾ ਮਾਈ ਦਾਸ ਸਾਧੂ। ਇਹ ਦੋਨੇ ਭਾਈ ਗੁਰੂ ਚੇਲਾ ਫਿਰ ਪਦ ਸ੍ਰੀ ਅਮਰ ਪਰਤ ਭੇ ਸੋਏ। ਗੁਰੂ ਸਾਹਿਬ ਨੇ ਪਦ ਬਖਸ਼ਤਾ, ਗੁਰੂ ਦੇ ਚਰਨਾਂ ਤੇ ਪੈ ਕੇ ਫਿਰ ਇਹ ਵਾਪਸ ਚਲੇ ਗਏ। ਦੋਨੋਂ ਗਮਨ ਕੀਨ ਤਿਸ ਕਾਲੇ। ਉਸੇ ਸਮੇਂ ਦੋਨਾਂ ਨੇ ਇੱਥੋਂ ਚੱਲਣਾ ਕੀਤਾ, ਵਿਦਾਇਗੀ ਲਈ। ਸਦਨ ਆਪਣੇ ਬਸੇ ਸੁਖਾਲੇ। ਤੇ ਆਪਣੇ ਘਰ ਜਾ ਕੇ ਸੁਖ ਸਹਿਤ ਬਸ ਗਏ। ਸਤਨਾਮ ਬਹੁ ਨਾਰੇ ਉਪਦੇਸ਼ਾ। ਉਥੇ ਭਾਈ ਬੇਅੰਤ ਪ੍ਰਾਣੀਆਂ ਨੂੰ ਸੱਚੇ ਨਾਮ ਦਾ ਉਪਦੇਸ਼ ਬਖਸ਼ਿਆ। ਸਿੱਖੀ ਕੋ ਵਿਸਤਾਰ ਵਿਸ਼ੇਸ਼ਾ। ਤੇ ਸਿੱਖੀ ਦਾ ਵਿਸ਼ੇਸ਼ ਕਰਕੇ ਬਹੁਤ ਪ੍ਰਚਾਰ ਕੀਤਾ, ਵਿਸਥਾਰ ਕੀਤਾ। ਭਈ ਜਗਤ ਮਹਿ ਬੜ ਵਡਿਆਈ। ਤੇ ਜਗਤ ਵਿੱਚ ਭਾਈ ਮਾਣਕ ਚੰਦ ਦੀ ਤੇ ਇਸ ਸਾਧੂ ਮਾਈ ਦਾਸ ਦੀ ਬਹੁਤ ਵੱਡੀ ਵਡਿਆਈ ਹੋਈ। ਅੰਤ ਸਮੇਂ ਪਦ ਉੱਤਮ ਪਾਈ। ਤੇ ਅੰਤ ਦੇ ਸਮੇਂ ਉੱਤਮ ਪਦਵੀ ਦੀ ਪ੍ਰਾਪਤੀ ਕਰ ਲਈ। ਅਕਬਰ ਕੋ ਮੰਤਰੀ ਗੁਰ ਪਾਸ। ਜਿਹੜਾ ਅਕਬਰ ਦਾ ਮੰਤਰੀ ਆਇਆ ਸੀ ਉਹ ਗੁਰੂ ਸਾਹਿਬ ਦੇ ਕੋਲ ਰਿਹਾ। ਪੂਰਨ ਭੀ ਤਬ ਤਿਸ ਕੀ ਆਸ। ਉਹਦੀ ਵੀ ਦੇਖੋ ਆਸਾ ਜਿਹੜੀ ਸੀ ਪੂਰੀ ਹੋ ਗਈ। ਕੜ ਟੁੱਟਣ ਹਿਤ ਇਹਾਂ ਰਹਾਇਓ। ਕੜ ਟੁੱਟਣ ਤੱਕ ਉਹ ਗੁਰੂ ਸਾਹਿਬ ਦੇ ਕੋਲ ਹੀ ਰਿਹਾ। ਸੋ ਕੜ ਟੁੱਟਿਓ ਜਬ ਤਿਨ ਪਾਇਓ। ਜਦੋਂ ਉਹਨੇ ਜਾਣਿਆ, ਪਤਾ ਲੱਗਿਆ ਕਿ ਕੜ ਟੁੱਟ ਗਿਆ ਹੈ, ਲਿਖ ਲੈ ਗਇਓ ਬਾਹਰ ਥਿਤ ਮਾਸ। ਤਾਂ ਉਸ ਸਮੇਂ ਉਹਨੇ ਉਸੇ ਸਮੇਂ ਲਿਖ ਲਿਆ ਕਿਹੜਾ ਦਿਨ ਸੀ, ਵਾਰ ਕਿਹੜਾ ਸੀ, ਥਿਤ ਕਿਹੜੀ ਸੀ। ਉਹ ਜਿਵੇਂ ਬਦੀ ਸੁਦੀ ਤੇ ਮਾਸ ਨਾਮ ਮਹੀਨੇ ਦਾ ਹੈ, ਕਿਹੜਾ ਮਹੀਨਾ ਸੀ ਸਭ ਲਿਖ ਲਿਆ। ਪਹੁੰਚਿਓ ਚੱਲ ਅਕਬਰ ਕੇ ਪਾਸ। ਇੱਥੋਂ ਫਿਰ ਹੌਲੀ ਹੌਲੀ ਚੱਲਦਾ ਉਧਰ ਅਕਬਰ ਬਾਦਸ਼ਾਹ ਕੋਲ ਪਹੁੰਚਿਆ। ਬਾਪੀ ਕੋ ਟੁੱਟਿਓ ਜਿਸ ਛਿਨ ਕੜ। ਉਧਰੋਂ ਹੁਣ ਚਤੌੜ ਦੀ ਫਤਿਹ ਹੋ ਗਈ ਸੀ। ਜਦੋਂ ਅਕਬਰ ਕੋਲ ਪਹੁੰਚਿਆ ਸਾਰੀ ਉਹਨੇ ਦੱਸਿਆ ਵੀ ਮਹਾਰਾਜ ਨੇ ਆ ਬਚਨ ਸੀ। ਤਰੀਕ ਵੀ ਅਕਬਰ ਬਾਦਸ਼ਾਹ ਨੇ ਕਿਹਾ ਸੀ ਨੋਟ ਕਰਿਓ, ਵਾਕਈ ਗੁਰੂ ਦਾ ਬਚਨ ਸਤ ਹੁੰਦਾ ਹੈ। ਤਾਂ ਇਧਰੋਂ ਜਦੋਂ ਚਤੌੜ ਕਿਲਾ ਫਤਿਹ ਹੋਇਆ ਉਹ ਫਿਰ ਸਮਾਂ ਉਹਨਾਂ ਨੇ ਵੀ ਨੀਅਤ ਜਿਹੜਾ ਟਾਈਮ ਲਿਖ ਲਿਆ, ਕਿਹੜੀ ਤਰੀਕ ਸੀ, ਕਿਹੜੀ ਥਿਤ, ਕਿਹੜਾ ਮਹੀਨਾ ਹੈ, ਕਿਹੜਾ ਵਾਰ, ਉਹ ਸਾਰਾ ਉਧਰੋਂ ਵੀ ਲਿਖਿਆ ਹੋਇਆ ਸੀ। ਇਹ ਵੀ ਲਿਖ ਕੇ ਲੈ ਕੇ ਗਿਆ। ਲਿਖ ਲੈ ਗਇਓ ਵਾਰ ਥਿਤ ਮਾਸ। ਇਹ ਵਜ਼ੀਰ ਥਿਤ ਮਹੀਨਾ ਵਾਰ ਲਿਖ ਕੇ ਗਿਆ ਹੈ। ਪਹੁੰਚਿਓ ਚੱਲ ਅਕਬਰ ਕੇ ਪਾਸ। ਤੇ ਅਕਬਰ ਬਾਦਸ਼ਾਹ ਕੋਲ ਚੱਲ ਕੇ ਪਹੁੰਚਿਆ। ਬਾਪੀ ਕੋ ਟੁੱਟਿਓ ਜਿਸ ਛਿਨ ਕੜ। ਤੇ ਜਿਸ ਸਮੇਂ ਬੌਲੀ ਦਾ ਕੜ ਟੁੱਟਿਆ, ਛੁੱਟਿਓ ਤਬੈ ਚਤੌੜਹਿ ਕੋ ਗੜ। ਉਸੇ ਸਮੇਂ ਗੁਰਮੁਖੋ ਚਤੌੜ ਦਾ ਕਿਲਾ ਟੁੱਟਿਆ ਸੀ। ਚਤੌੜ ਕਿਲੇ ਤੇ ਫਤਿਹ ਹੋਈ। ਅਕਬਰ ਔਰ ਪ੍ਰਤੀਤ ਬਾੜਿਆਈ। ਸਮਾਂ ਦਿਨ ਇੱਕੋ ਸੀ। ਤਾਂ ਫਿਰ ਅਕਬਰ ਬਾਦਸ਼ਾਹ ਦੇ ਹਿਰਦੇ ਵਿੱਚ ਗੁਰੂ ਮਹਾਰਾਜ ਦੇ ਪ੍ਰਤੀ ਬਹੁਤ ਸ਼ਰਧਾ ਤੇ ਪ੍ਰਤੀਤੀ ਆਈ। ਦਰਸ਼ਨ ਕਰਬੇ ਚਾਹ ਵਧਾਈ। ਅਕਬਰ ਬਾਦਸ਼ਾਹ ਦੇ ਅੰਦਰ ਚਾਹਨਾ ਵਧੀ, ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰੀਏ। ਆਮ ਖਾਸ ਮਹਿ ਕਰੀ ਪ੍ਰਸ਼ੰਸਾ। ਤੇ ਆਮ ਖਾਸ ਸਾਰਿਆਂ ਦੇ ਵਿੱਚ ਅਕਬਰ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਪ੍ਰਸ਼ੰਸਾ ਮਹਿਮਾ ਕੀਤੀ। ਸ੍ਰੀ ਨਾਨਕ ਅੱਲਾ ਨਹਿ ਸੰਸਾ। ਕਹਿੰਦੇ ਭਾਈ ਅਕਬਰ ਕਹਿੰਦਾ ਦੁਨੀਆ ਲੋਕੋ ਵਜ਼ੀਰੋ ਅਮੀਰੋ, ਸ੍ਰੀ ਗੁਰੂ ਨਾਨਕ ਦੇ ਮਹਾਰਾਜ ਅੱਲਾ ਨੇ ਆਪ, ਇਹਦੇ ਵਿੱਚ ਕੋਈ ਸ਼ੰਕੇ ਵਾਲੀ ਗੱਲ ਨਹੀਂ। ਆਰਫ ਕਾਮਲ ਵਲੀ ਵਲਾਇਤ। ਉਹ ਬੜੇ ਆਰਫ
ਬਹੁਤ ਹੀ ਪਹੁੰਚੇ ਹੋਏ ਕਾਮਲ, ਬੜੇ ਆਰਫ ਕਾਮਲ ਬਲੀ, ਵੱਡੇ ਫਕੀਰ ਬਲ ਵਾਲੇ ਹੋਏ ਨੇ। ਹੋਏ ਸਹਾਏ ਦਾਸ ਹਰ ਸਾਇਤ, ਉਹ ਭਾਈ ਦਾਸ ਮੇਰੇ ਤੇ ਸਮੇਂ ਸਹਾਇਕ ਹੋਏ। ਹਿੰਦੂ ਮੁਸਲਮਾਨ ਤੇ ਨਿਆਰੇ, ਜਿਹੜੇ ਕਿ ਦੇਖੋ ਹਿੰਦੂ ਕੀ ਮੁਸਲਮਾਨ ਦੋਨਾਂ ਤੋਂ ਨਿਆਰੇ। ਨਰ ਅਨੇਕ ਦੋਨੋਂ ਤੈ ਤਾਰੇ, ਤੇ ਦੋਨਾਂ ਦੇ ਹੀ ਹਿੰਦੂ ਕੀ ਮੁਸਲਮਾਨ ਕੀ ਦੋਨਾਂ ਹੀ ਲੋਕਾਂ ਨੂੰ, ਬੇਅੰਤ ਲੋਕਾਂ ਨੂੰ ਤਾਰਿਆ। ਲਵਪੁਰ ਚੱਲਹਿ ਮਿਲਹਿ ਦਰਸਾਵਹਿ, ਕਹਿੰਦੇ ਹੁਣ ਲਾਹੌਰ ਨੂੰ ਜਾਣਾ, ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਿਲ ਕੇ ਦਰਸ਼ਨ ਕਰਾਂਗੇ। ਏਮ ਨਿਸ਼ਚੋ ਕਰ ਜਗ ਕੋ, ਲਵਪੁਰ ਚੱਲੇ ਮਿਲੈ ਦਰਸਾਲਹਿ। ਇਉਂ ਗੁਰੂ ਸਾਹਿਬ ਕੋਲੇ ਚੱਲੀਏ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ। ਏਮ ਨਿਸ਼ਚੋ ਕਰ ਜਗ ਕੋ ਚੱਲਹਿ, ਇਸ ਤਰ੍ਹਾਂ ਭਾਈ ਨਿਸ਼ਚਾ ਕਰਕੇ ਇਹ ਫਿਰ ਜਿਹੜਾ ਬਾਦਸ਼ਾਹ ਇਧਰ ਨੂੰ ਚੱਲਿਆ ਹੈ। ਏਕ ਸਿੱਖ ਕਾਬਲ ਮਹਿ ਰਹੈ, ਇਧਰ ਹੁਣ ਪ੍ਰਸੰਗ ਦੱਸਦੇ ਹੋਰ ਕਿ ਇਹੋ ਜਿਹੇ ਪ੍ਰਸੰਗ ਹੋਏ ਭਾਈ। ਇੱਕ ਸਿੱਖ ਸੀ ਕਾਬਲ ਦੇ ਵਿੱਚ, ਉਹ ਰਹਿੰਦਾ ਸੀ ਗੁਰੂ ਨਾਨਕ ਦੇ ਮਹਾਰਾਜ ਦੇ ਘਰ ਦਾ ਸਿੱਖ। ਪਤੀ ਬ੍ਰਤਾ ਇਸਤਰੀ ਜਿਸ ਆਹੈ, ਜਿਹਦੀ ਜਿਹੜੀ ਘਰ ਵਾਲੀ ਪਤਨੀ ਸੀ ਇਸਤਰੀ, ਉਹ ਪਤੀ ਬ੍ਰਤਾ ਸੀ। ਤੇ ਇਹ ਸਿੱਖ ਨੇ ਸਿੱਖੀ ਸੋ ਦ੍ਰਿੜਾਈ, ਤੇ ਉਹ ਸਿੱਖ ਨੇ ਸਿੱਖੀ ਦ੍ਰਿੜ ਕਰਵਾਈ ਹੋਈ ਸੀ। ਪਤੀ ਬ੍ਰਤਾ ਇਸਤਰੀ, ਆਗਿਆ ਵਿੱਚ ਰਹਿਣਾ, ਗੁਰੂ ਪਾਤਸ਼ਾਹ ਮਹਾਰਾਜ ਦਾ ਨਾਮ ਜਪਣਾ, ਪਤੀ ਨੂੰ ਪਰਮੇਸ਼ਰ ਕਰਕੇ। ਹੁਣ ਜ਼ਮਾਨਾ ਹੋਰ ਹੈ, ਹੁਣ ਕਹਿੰਦੇ ਆਹ ਪਰਮੇਸ਼ਰ ਹੈ, ਉਹ ਗਾਹਾਂ ਪਤੀ ਵੀ ਹੋਏ ਜਿਹੇ ਗਾਲਾਂ ਖਾਣ ਵਾਲੇ, ਜੋ ਨਸ਼ਾ ਨੁਸ਼ਾ ਕਰਕੇ ਘਰੇ ਜਾਂਦੇ ਆ, ਫਿਰ ਉਹ ਵੀ ਗਾਲਾਂ ਖਾਂਦੇ ਆ। ਉਹ ਹੁਣ ਦੋਨੇ ਪਾਸੇ ਇਹੋ ਜਿਹੇ ਆ। ਹੁਣ ਸਮਾਂ ਹੋਰ ਆ, ਹੁਣ ਤਾਂ ਕਹਿੰਦੇ ਵੀ ਜ਼ਮਾਨਾ ਬਦਲ ਗਿਆ, ਬਰਾਬਰ ਦੇ ਅਧਿਕਾਰ ਦੇਣੇ ਆ ਜੀ। ਇਹ ਤਾਂ ਗੁਰਮੁਖੋ ਪਰਮੇਸ਼ਰ ਨੇ ਸਾਰਾ ਕੋਈ ਬਣਾਇਆ। ਇਸਤਰੀ ਦਾ ਸੁਭਾਅ ਕੀ, ਸਾਰਾ ਉਹਨੂੰ ਉਹ ਜਿਹਾ ਕੋਮਲਤਾ ਸੁਭਾਅ ਦਿੱਤਾ, ਤੇ ਪੁਰਸ਼ ਨੂੰ ਇਹ ਜਿਹਾ ਸਰੀਰਕ ਬਲ ਸਾਰਾ ਕੁਝ ਬਖਸ਼ਿਆ। ਫਿਰ ਕਿਰਤਾਂ, ਘਰ ਦੀ ਸੰਭਾਲ ਇਸਤਰੀ ਨੇ ਕਰਨੀ, ਪੁਰਸ਼ ਨੇ ਬਾਹਰੋਂ ਕਿਰਤ ਕਮਾਈ ਕਰਨੀ। ਉਹ ਸਾਰਾ ਕੁਝ ਦੋਨੇ ਰਲ ਮਿਲ ਕੇ ਚੱਲਦਾ ਹੈ। ਤੇ ਜਿਹੜੀਆਂ ਇਹ ਡਿਊਟੀਆਂ ਪਰਮੇਸ਼ਰ ਦੀਆਂ, ਇੱਕ ਜਗ੍ਹਾ ਅੱਗੇ ਵੀ ਆਪਾਂ ਗੱਲ ਕੀਤੀ ਵੀ ਇੰਨੀ ਬੁੱਧੀ ਖਰਾਬ ਹੋਈ ਹੈ। ਇਹ ਲੋਕ ਸੋਚਦੇ ਨੇ ਸ਼ਾਇਦ ਇਹੋ ਜਿਹੀਆਂ ਗੱਲਾਂ ਕਰਕੇ ਅਸੀਂ ਬਰਾਬਰਤਾ ਕਰ ਰਹੇ ਹਾਂ। ਉਹ ਰੌਲਾ ਜਿਹਾ ਪਿਆ ਸੀ, ਅਖੇ ਉਹ ਮੁੰਡਾ ਜਿਹੜਾ, ਕਿਉਂਕਿ ਹੁਣ ਤਰਕ ਬਹੁਤ ਹੈ ਨੌਜਵਾਨਾਂ 'ਚ, ਤਾਂ ਐ ਉਹ ਆਪਦੀ ਮੱਤ ਨੂੰ ਐ ਵਰਤਦੇ ਆ ਵੀ ਜੋ ਗਿਆਨ ਸਾਡੇ ਪੱਲੇ ਆ ਉਹ ਤਾਂ ਕਿਤੇ ਨਹੀਂ। ਕਹਿੰਦੇ ਗੁਰੂ ਘਰ ਦੇ ਵਿੱਚ ਔਰਤ ਨੂੰ ਬਰਾਬਰ ਦਰਜਾ, ਤੇ ਆਨੰਦ ਕਾਰਜ ਹੋਣੇ ਸੀ। ਕਹਿੰਦਾ 2 ਲਾਵਾਂ ਮੈਂ ਮੂਹਰੇ ਤੁਰੂ, 2 ਲੜਕੀ ਤੁਰੂ। ਤੇ ਉਹ ਇਸ ਤਰ੍ਹਾਂ ਹੋਇਆ, ਫਿਰ ਉਹਦਾ ਰੌਲਾ ਕਾਫੀ ਪਿਆ। ਤੇ ਫਿਰ ਉਹ ਕਹਿੰਦੇ ਵੀ ਇਉਂ ਕਰੀ, ਜਦੋਂ ਬੱਚੇ ਦਾ ਜਨਮ ਹੋਇਆ, ਇੱਕ ਦਾ ਤੂੰ ਦੇਈਂ, ਇੱਕ ਦਾ ਇਹ ਦੇ ਦੂ, ਫਿਰ ਰਲ ਕੇ ਹੀ ਚੱਲਿਓ ਕੰਮ। ਐ ਕਾਹਨੂੰ ਹੁਣ? ਇਹ ਮੂਰਖਪੁਣਾ ਹੁੰਦਾ ਜਿਹੜਾ ਇਹੋ ਜਿਹੀਆਂ ਗੱਲਾਂ ਕਰਨੀਆਂ। ਇਹ ਉਹਨੂੰ ਇਹ ਸੋਚਦਾ ਵੀ ਜਿਹੜਾ ਮਗਰ ਤੁਰਿਆ ਉਹ ਪਿੱਛੇ ਆ। ਤੇ ਗੁਰਮੁਖੋ ਜਿਹੜਾ ਮਗਰ ਹੁੰਦਾ ਹੈ ਨਾ, ਪਿੱਛੇ ਤੁਰਨ ਵਾਲਾ, ਉਹ ਪਿੱਛੇ ਨਹੀਂ ਹੁੰਦਾ। ਉਹ ਤਾਂ ਅਸਲ ਵਿੱਚ ਥਾਪੜਾ, ਜਿਵੇਂ ਆਪਾਂ ਕਹਿੰਦੇ ਤੂੰ ਚੱਲ ਸਹੀ ਮੈਂ ਤੇਰੇ ਮਗਰ ਆ, ਤੇ ਜਿਹੜਾ ਮਗਰ ਆ ਉਹ ਕੋਈ ਐਂ ਥੋੜੋ ਵੀ ਉਹ ਨੀਵਾਂ ਹੋ ਗਿਆ, ਉਹ ਤਾਂ ਸਗਾਂ ਦੀ ਥਾਪੜਾ ਦੇਣ ਵਾਲਾ ਉਦੋਂ ਦੇ ਉੱਚਾ। ਪਰ ਇਹ ਲੋਕ ਇਹਨੂੰ ਸ਼ਾਇਦ ਉਹਨਾਂ ਨੂੰ ਇਹ ਵੀ ਇੰਨੀ ਕੰਮ ਨਾਲ ਹੀ ਅਸੀਂ ਬਰਾਬਰਤਾ ਕਰਤੀ। ਇਹ ਕੋਈ ਬਰਾਬਰਤਾ ਤਾਂ ਗੁਰੂ ਸਾਹਿਬ ਨੇ ਕਰ ਦਿੱਤੀ। ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਉੱਥੇ ਬਰਾਬਰਤਾ ਹੈ ਜਿੱਥੇ ਇਸਤਰੀ ਨੂੰ ਦੁਰਕਾਰਿਆ ਗਿਆ ਹੈ। ਕਿਸੇ ਨੇ ਕਹਿਤਾ ਵੀ ਇਹ ਤਾਂ ਕੋਈ ਧਰਮ ਕਹਿੰਦਾ ਪੈਰ ਦੀ ਜੁੱਤੀ ਵਾਂਗੂ ਹੈ, ਕਿਸੇ ਨੇ ਕਹਿਤਾ ਇਹ ਨਰਕ ਦੁਆਰੀ ਹੈ। ਉੱਥੇ ਫਿਰ ਗੁਰੂ ਸਾਹਿਬ ਨੇ ਕਿਹਾ ਨਹੀਂ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਇਹ ਬਰਾਬਰਤਾ ਹੈ। ਆਹ ਕੋਈ ਬਰਾਬਰਤਾ ਨਹੀਂ ਹੁੰਦੀ ਸੰਸਾਰ ਦੀਆਂ ਜਿਹੜਾ ਹੈਗਾ। ਇਹ ਤਾਂ ਐਵੇਂ ਮੂਰਖ ਪੁਣੇ ਹਨ। ਜੋ ਪ੍ਰਮਾਤਮਾ ਨੇ ਜਿਹੜਾ ਲਾਇਆ ਮਰਿਆਦਾ ਜਿਹੜੀ ਹੈ ਗੁਰੂ ਘਰ ਦੀ, ਉਹੀ ਹੈ। ਤੇ ਪਰ ਅੱਜ ਕੱਲ ਆਪੋ ਧਾਪੀ ਪਈ ਹੋਈ ਹੈ, ਗਿਆਨ ਦੁਨੀਆ 'ਚ ਬਹੁਤਾ ਹੋ ਗਿਆ,
ਤੇ ਜਿਹਨੂੰ ਹੱਥ ਲਾਓ ਉਹ ਗੁਰਮੁਖੋ ਗਿਆਨ ਦਾ ਕਰੰਟ ਮਾਰਦਾ ਹੈ। ਜਿਵੇਂ ਕਰੰਟ ਨਹੀਂ ਲੱਗਦਾ ਜੇ ਤਾਰ ਨੂੰ ਹੱਥ ਲਾ ਲਈਏ। ਅੱਜ ਕੱਲ ਦੇ ਜਿਹੜੇ ਫੇਸਬੁੱਕ ਤੇ ਗਿਆਨਵਾਨ ਬੈਠੇ ਆ, ਤੁਸੀਂ ਹੱਥ ਲਾ ਕੇ ਵੇਖੋ ਤਾਂ ਸਹੀ, ਭਾਵ ਕੋਈ ਗੱਲ ਉਹਨਾਂ ਨੂੰ ਕਹੇ ਕਿ ਉਹ ਕਰੰਟ ਮਾਰਦੇ ਆ। ਉਹ ਕੋਈ ਇੱਜ਼ਤ ਨਹੀਂ, ਕੋਈ ਬਜ਼ੁਰਗ ਦੀ ਇੱਜ਼ਤ ਨਹੀਂ, ਕੁਛ ਨਹੀਂ ਵੇਖਣਾ। ਭਾਸ਼ਾ ਇੰਨੀ ਹੈ ਤੇ ਉਹ ਸਾਰੇ ਕਮਾਈ ਕੋਈ ਨਹੀਂ। ਜੇ ਕੋਈ ਗ੍ਰੰਥ ਪੜ੍ਹ ਲਓ, ਕੋਈ ਸਾਸਾਂ, ਕੋਈ ਸਿਮਰਨ, ਉਹ ਕੋਈ ਮਤਲਬ ਨਹੀਂ। ਆ ਗਿਆ ਜਿੰਨਾ ਗਿਆਨ ਸੀ ਸਾਨੂੰ। ਇਸ ਕਰਕੇ ਅੱਜ ਦਾ ਸਮਾਂ ਐਸਾ, ਅਜੇ ਤੱਕ ਕੋਈ ਨਹੀਂ ਤਾਂ ਬਹੁਤ ਉਹ ਜਿਹਾ ਹੋਰ ਸਮਾਂ ਆਉਣਾ। ਤੇ ਜਿਹੜੇ ਗੁਰਮੁਖ ਜਨ ਜਦੋਂ ਇਉਂ ਪਿਆਰ ਵਿੱਚ ਬੈਠੇ ਹੋ ਨੱਸਣਾ, ਉਹ ਕਹਿੰਦੇ ਵੀ ਨਾਮ ਜਪਣ ਵਾਲਿਆਂ ਨੂੰ ਲੁਕ ਲੁਕ ਕੇ ਰਹਿਣਾ ਪੈਣਾ। ਦੁਨੀਆ ਹੁੱਜਾਂ ਮਾਰਿਆ ਕਰੂ, ਇੰਨੀ ਤਰਕ ਕਰਿਆ ਕਰੂ। ਇਹੋ ਜਿਹੇ ਸਮੇਂ ਵੀ ਹੈ। ਮਹਾਰਾਜ ਕਿਰਪਾ ਕਰਨ। ਉਸ ਸਮੇਂ ਜਿਹੜਾ ਕਾਬਲ ਦਾ ਸਿੱਖ ਸੀ, ਪਤੀ ਵਰਤਾ ਇਸਤਰੀ ਜਿਸ ਹੈ, ਉਸ ਦੀ ਭਾਈ ਜਿਹੜੀ ਇਸਤਰੀ ਸੀ ਉਹ ਪਤੀ ਵਰਤਾ ਸੀ। ਤੇ ਇਹ ਸਿੱਖ ਨੇ ਸਿੱਖੀ ਸੋ ਦ੍ਰਿੜਾਈ। ਉਹ ਸਿੱਖ ਨੇ ਆਪਣੀ ਪਤਨੀ ਨੂੰ ਸਿੱਖੀ ਦ੍ਰਿੜ ਕਰਵਾਈ ਸੀ। ਅਮਰ ਭਾਰਜਾ ਕੋ ਸੁਖਦਾਈ। ਜਿਸ ਕਰਕੇ ਉਹ ਫਿਰ ਭਾਈ ਜਿਹੜੀ ਇਸਤਰੀ ਸੀ ਭਾਰਜਾ, ਉਹਨੂੰ ਬਹੁਤ ਹੀ ਸੁਖਦਾਈ ਕਹੀਏ, ਦੇਵਤਿਆਂ ਦੇਵੀਆਂ ਵੱਤ ਉਹਦਾ ਜਿਹੜਾ ਸੁਭਾਅ ਸੀ ਨਾਮ ਜਪਣ ਵਾਲੀ, ਉਹਨੂੰ ਸੁਖਦਾਈ। ਪਤੀ ਬ੍ਰਤਾ ਤੇ ਸ਼ਕਤ ਵਿਸਾਲਾ। ਹੁਣ ਸਿੱਖੀ ਦ੍ਰਿੜ ਕੀਤੀ ਹੈ, ਨਾਮ ਜਪਦੀ ਹੈ, ਪਤੀ ਵਰਤਾ ਧਰਮ ਹੈ, ਤਾਂ ਇਹਦੇ ਨਾਲ ਉਹਦੇ ਅੰਦਰ ਵੱਡੀ ਸ਼ਕਤੀ ਆ ਗਈ। ਜੈ ਚਾਹੈ ਪਹੁੰਚੈ ਤਤਕਾਲਾ। ਉਹ ਤੁਰੰਤ ਮਨ ਦਾ ਫੁਰਨਾ ਕਰਕੇ ਜਿੱਥੇ ਚਾਹੁੰਦੀ ਤੁਰੰਤ ਉੱਥੇ ਪਹੁੰਚ ਜਾਂਦੀ। ਅੱਜ ਕੱਲ ਜੇ ਕੋਈ ਨਾ ਵੀ ਫਲਾਣਾ ਬਈ ਦੇਖੋ ਇੱਥੇ ਬੈਠਾ, ਉਹ ਤੁਰੰਤ ਉੱਥੇ ਪਹੁੰਚ ਗਿਆ। ਇਹੋ ਜਿਹੀਆਂ ਘਟਨਾਵਾਂ ਜ਼ਿੰਦਗੀ ਵਿੱਚ ਹੁਣ ਵੀ ਹੈਗੀਆਂ। ਹੁਣ ਜੇ ਜਿਹਨੂੰ ਹੁਣ ਇਹਨਾਂ ਚੀਜ਼ਾਂ ਤੇ ਯਕੀਨ ਨਹੀਂ, ਵਿਸ਼ਵਾਸ ਨਹੀਂ, ਹੁਣ ਉਹ ਬੰਦਗੀ ਸੇਵਾ ਸਿਮਰਨ ਵਾਲਾ ਕੰਮ ਘਟ ਗਿਆ। ਤੇ ਫਿਰ ਜੇ ਆਮ ਸਾਖੀ ਸੁਣਾਓ ਤਾਂ ਕਈ ਕਹਿੰਦੇ ਨੇ ਇਹ ਤਾਂ ਜੀ ਐਵੇਂ ਪਖੰਡ ਜਿਹਾ, ਐਂ ਕਿਵੇਂ ਕੋਈ ਪਹੁੰਚ ਜੂ ਉੱਥੇ। ਇਹ ਬਾਤ ਤਾਂ ਹੁਣ ਵੀ ਐਸੀਆਂ ਘਟਨਾਵਾਂ ਜਿਹੜੀਆਂ ਨੇ ਉਹ ਗੁਰਮੁਖ ਪਿਆਰੇ ਵਰਤਾ ਦਿੰਦੇ ਆ। ਉਸ ਬੀਬੀ ਦੇ ਅੰਦਰ ਇਹ ਤਾਕਤ ਆ ਗਈ, ਜਹ ਚਾਹੇ ਪਹੁੰਚੇ ਤਤਕਾਲਾ। ਜਿੱਥੇ ਚਾਹੇ ਉਹ ਤੁਰੰਤ ਪਹੁੰਚ ਜਾਂਦੀ। ਇਹਦਾ ਭਾਵ ਕੀ ਹੈ? ਦੇਖੋ, 5 ਤੱਤਾਂ ਦਾ ਸਰੀਰ ਹੈ। 5 ਤੱਤ, 4 ਗਤੀਸ਼ੀਲ ਨੇ ਤੇ 5ਵਾਂ ਤਾਂ ਸਪੇਸ ਆਕਾਸ਼ ਹੈ ਨਾ, ਜਿਹਦੇ ਵਿੱਚ ਗਤੀ ਕਰ ਰਹੇ। ਇਹ ਜਿਹੜਾ ਸਾਡਾ ਸਰੀਰ ਹੈ ਗਤੀਸ਼ੀਲ ਹੈ। ਕਣ ਨੇ ਬਹੁਤ ਤੇਜ਼ੀ ਨਾਲ ਗਤੀ ਹੋ ਰਹੀ ਹੈ। ਪੱਥਰ ਵੀ ਜਿਹੜਾ ਹੈ, ਉਹ ਵੀ ਕਈ ਵਾਰ ਗੱਲ ਸਾਂਝੀ ਕੀਤੀ ਹੈ, ਉਹ ਵੀ ਕਣ ਗਤੀ ਕਰਦੇ। ਉਹ ਤੇਜ਼ੀ, ਉਹਨਾਂ ਦੀ ਸਪੀਡ ਇੰਨੀ ਹੈ ਕਿ ਉਹ ਜਦੋਂ ਹੱਥ 'ਚ ਚੁੱਕਦੇ ਆ ਪੱਥਰ ਹੈ। ਇਹ ਤੱਤ ਨੇ। ਤੇ ਜਿਹੜਾ ਬਾਹਰ ਕੁਦਰਤ ਹੈ, ਇਹ ਵੀ ਮਹਾਰਾਜ ਨੇ 5 ਤੱਤਾਂ ਨਾਲ ਹੀ ਰਚੀ ਹੈ। ਇਸ ਕਰਕੇ ਗੁਰਮੁਖ ਛਿਨ ਵਿੱਚ ਹੀ ਤੱਤਾਂ ਨੂੰ ਤੱਤਾਂ 'ਚ ਮਿਲਾ ਕੇ ਜਿੱਥੇ ਮਰਜੀ ਚਾਹੇ ਫੇਰ ਇਕੱਠੇ ਕਰਕੇ ਉਸੇ ਤਰ੍ਹਾਂ ਪ੍ਰਗਟ ਹੋਏ। ਇਹ ਇੱਕ ਸਿੱਧੀ ਹੈ, ਬੰਦਗੀ ਕਰਨ ਵਾਲੇ ਦੇ ਅੰਦਰ ਸਵੈ ਕੇ ਆ ਜਾਂਦੀ ਹੈ। ਹੁਣ ਗੁਰੂ ਪਿਆਰ ਵਿੱਚ ਸੀ, ਇਹ ਫਿਰ ਜਿੱਥੇ ਚਾਹੇ ਤੁਰੰਤ ਉਹ ਬੀਬੀ ਜਿਹੜੀ ਸੀ ਪਹੁੰਚ ਜਾਂਦੀ। ਕਰ ਬਾਪ ਕਾ ਕੀ ਤੈਨ ਜਾਨੀ। ਕਾਰ ਬਾਪ ਕਾ ਕੀ ਤੈਨ ਜਾਨੀ। ਉਹਨੇ ਜਾਣਿਆ ਕਿ ਬੌਲੀ ਸਾਹਿਬ ਦੀ ਕਾਰ ਸੇਵਾ ਹੋ ਰਹੀ ਹੈ। ਤਿਆਰ ਕਰਾਵਤ ਗੁਰ ਗੁਣ ਖਾਨੀ। ਗੁਣਾਂ ਦੀ ਖਾਨ ਗੁਰੂ ਅਮਰਦਾਸ ਜੀ ਇੱਕ ਬੌਲੀ ਤਿਆਰ ਕਰਵਾ ਰਹੇ ਨੇ। ਫਲ ਵਿਸਾਲ ਲਗ ਸੇਵਾ ਕੀਨੇ। ਤੇ ਜਿਹਦੀ ਸੇਵਾ ਕਰਿਆ ਬਹੁਤ ਵੱਡੇ ਫਲ ਦੀ ਪ੍ਰਾਪਤੀ ਹੁੰਦੀ ਹੈ। ਕੌਣ ਤਜੈ ਅਸ ਜਿਨ ਮਨ ਚੀਨੇ। ਤੇ ਜਿਹਨੇ ਵੀ ਮਨ ਵਿੱਚ ਇਸ ਗੱਲ ਨੂੰ ਜਾਣ ਲਿਆ, ਭਲਾ ਕੌਣ ਹੈ ਉਹ ਜਿਹੜਾ ਇਹ ਸੇਵਾ ਨੂੰ ਛੱਡ ਦੇਵੇ। ਸੋ ਸਿੱਖਣੀ ਕਾਬਲ ਤੇ ਆਵੇ। ਉਹ ਜਿਹੜੀ ਸਿੱਖਣੀ ਸੀ ਉਹ ਭਾਈ ਕਾਬਲ ਤੋਂ ਚੱਲ ਕੇ ਆਉਂਦੀ। ਪ੍ਰਾਤ ਹੋਤ ਗੁਰ ਸੇਵ ਕਮਾਵੇ। ਤੇ ਸਵੇਰ ਹੁੰਦਿਆਂ ਗੁਰੂ ਸਾਹਿਬ ਦੀ ਸੇਵਾ ਵਿੱਚ ਲੱਗ ਜਾਂਦੀ ਬੌਲੀ ਦੀ। ਸਗਰੇ ਦਿਵਸ ਟਹਿਲ ਕੋ ਕਰਹੀ।
ਸਾਰਾ ਦਿਨ ਉਹ ਸੇਵਾ ਕਰਦੀ ਰਹਿੰਦੀ। ਖਨ ਤੇ ਕਾਰ ਸੁਵਹਿਰਨ ਕਰਹੀ। ਜਿਵੇਂ ਉਹ ਮਿੱਟੀ ਪੁੱਟਦੇ ਸਨ, ਉਹ ਫਿਰ ਚੁੱਕ ਚੁੱਕ ਕੇ ਬਾਹਰ ਲਿਆ ਕੇ ਸੁੱਟਦੀ। ਚੂਨਾ ਈਂਟ ਦੇਤ ਪਹੁੰਚਾਈ। ਸੇਵਾ ਵੀ ਇਉਂ ਕਿ ਅੰਦਰੋਂ ਮਿੱਟੀ ਚੁੱਕ ਲਿਆਉਣੀ, ਬਾਹਰੋਂ ਗੁਰਮੁਖੋ ਜਾਂ ਇੱਟਾਂ ਜਾਂ ਚੂਨਾ ਟੋਕਰੀ 'ਚ ਨਾਲ ਲੈ ਕੇ ਜਾਂਦੀ। ਚੂਨਾ ਈਂਟ ਦੇਤ ਪਹੁੰਚਾਈ, ਉਹ ਪਹੁੰਚਾ ਦਿੰਦੀ। ਧਰਹਿ ਪ੍ਰੇਮ ਬਹੁ ਚੌਪ ਵਧਾਈ। ਤੇ ਬਹੁਤ ਪ੍ਰੇਮ ਧਾਰਦੀ, ਅੰਦਰ ਚਾਅ ਵਧਾ ਕੇ ਸੇਵਾ ਕਰਦੀ। ਕਹਿ ਸੋ ਕਰਹਿ ਬੋਲ ਬੋ ਨਾਹੀ। ਕਿਸੇ ਨਾਲ ਸੇਵਾ ਕਰਦਿਆਂ ਉਹ ਗੱਲ ਨਹੀਂ ਸੀ ਕਰਦੀ। ਸਤਿਗੁਰ ਚਰਨ ਧਰੈ ਉਰ ਮਾਹੀ। ਉਹਨੇ ਸਤਿਗੁਰੂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਿਆ ਹੈ। ਸੇਵਾ ਕਰਤੀ ਹਾਥ ਪਸਾਰੈ ਹੈ। ਉਹ ਸੇਵਾ ਕਰਦੀ ਕਰਦੀ ਕਈ ਵਾਰ ਉਹ ਹੱਥਾਂ ਨੂੰ ਪਸਾਰਦੀ, ਜਿਵੇਂ ਕਿਸੇ ਚੀਜ਼ ਨੂੰ ਹਲੂਣਾ ਦਿੰਦੀ ਹੈ। ਬਹੁਰ ਕਾਰ ਕੋ ਕਰੈ ਸੁਧਾਰੈ। ਤੇ ਫੇਰ ਭਾਈ ਉਹ ਸੁਧਾਰੈ, ਭਾਵ ਚੰਗੀ ਤਰ੍ਹਾਂ ਸੇਵਾ ਕਰਨ ਲੱਗ ਜਾਂਦੀ। ਪਰਹਿ ਨਿਸਾ ਹੋਏ ਅੰਤਰ ਧਿਆਨ। ਤੇ ਜਦੋਂ ਰਾਤ ਪੈਂਦੀ, ਉਦੋਂ ਹੀ ਅੰਤਰ ਧਿਆਨ, ਭਾਵ ਉਹਦਾ ਪਤਾ ਨਾ ਲੱਗਦਾ ਕਿ ਕਿੱਥੇ ਜਾ ਵੜਦੀ ਹੈ। ਦੇਖ ਸਿੱਖ ਸਭ ਹੋਏ ਹੈਰਾਨ। ਸਿੱਖ ਵੇਖਦੇ ਆ, ਹੈਰਾਨ ਹੁੰਦੇ ਨੇ। ਇਹ ਬੀਬੀ ਸਵੇਰੇ ਪਤਾ ਨਹੀਂ ਕਿੱਥੋਂ ਆਉਂਦੀ ਹੈ, ਸਾਰੀ ਦਿਹਾੜੀ ਸੇਵਾ ਕਰਦੀ ਹੈ, ਉਹ ਹਨੇਰਾ ਹੁੰਦਿਆਂ ਫਿਰ ਪਤਾ ਨਹੀਂ ਕਿੱਥੇ ਜਾਂਦੀ। ਹੈਰਾਨੀ ਹੈ। ਪ੍ਰਾਤ ਹੋਤ ਤਬ ਆਏ ਅਚਾਨਕ। ਜਦੋਂ ਸਵੇਰ ਹੁੰਦੀ, ਅਚਾਨਕ ਉਹ ਆ ਜਾਂਦੀ। ਕਰਹਿ ਸੇਵ ਸਿਮਰਹਿ ਸ੍ਰੀ ਨਾਨਕ। ਸੇਵਾ ਕਰਦੀ ਤੇ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਯਾਦ ਕਰਦੀ ਹੈ। ਬਹੁਤ ਦਿਵਸੇਸ ਭਾਂਤ ਬਿਤਾਏ। ਬਹੁਤ ਦਿਨ ਇਉਂ ਸੇਵਾ ਕਰਦਿਆਂ ਇਸ ਤਰ੍ਹਾਂ ਬਤੀਤ ਹੋ ਗਏ। ਅਚਰਜ ਮਹਿ ਨਿਤ ਸਿੱਖ ਸੰਦਾਏ। ਤੇ ਜਿਹੜੇ ਸਿੱਖ ਨੇ ਉਹ ਰੋਜ਼ ਸਾਰੇ ਹੈਰਾਨ ਹੁੰਦੇ ਹਨ, ਹੈਰਾਨੀ ਵਿੱਚ ਹਨ। ਮਿਲ ਸਗਰੇ ਸਤਿਗੁਰ ਪੈ ਗਏ। ਉਹ ਸਾਰੇ ਸਿੱਖ ਸ਼ੰਕਾ ਜਾਂ ਮਨ ਵਿੱਚ ਹੋਇਆ ਤੇ ਮਿਲ ਕੇ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲੇ ਇਕੱਠੇ ਹੋ ਕੇ ਗਏ। ਬਿਸਮਤ ਮਤ ਸੋ ਬੂਝਤ ਭਏ। ਉਹ ਹੈਰਾਨਗੀ ਜੀ ਵਾਲੀ ਮਤ ਦੇ ਨਾਲ, ਭਾਵ ਹੈਰਾਨ ਜੇ ਹੋ ਕੇ ਮਹਾਰਾਜ ਤੋਂ ਪੁੱਛਦੇ ਹਨ, ਹੇ ਪ੍ਰਭ ਜੀ ਆਵਤ ਇੱਕ ਮਾਈ। ਕਿ ਹੇ ਪਰਮੇਸ਼ਰ ਜੀ, ਇੱਕ ਮਾਈ ਆਉਂਦੀ ਹੈ। ਪੁਰਾਣੇ ਜਿਹੜੇ ਸਿੱਖ ਹੁੰਦੇ ਸੀ ਨਾ, ਉਹ ਚਾਹੇ ਛੋਟੀ ਉਮਰ ਦੀ ਵੀ ਹੁੰਦੀ ਸੀ, ਕੋਈ ਬੀਬੀ, ਉਹਨੂੰ ਵੀ ਮਾਈ ਹੀ ਕਹਿੰਦੇ ਹੁੰਦੇ ਸੀ। ਪੁਰਾਣੇ ਸਿੱਖਾਂ 'ਚ ਮਰਜ਼ਾਦਾ ਰਹੀ ਹੈ। ਹੇ ਪਰਮੇਸ਼ਰ ਜੀ, ਇੱਕ ਮਾਈ ਇੱਥੇ ਸੇਵਾ ਕਰਨ ਆਉਂਦੀ ਹੈ। ਮਿਲਤ ਸਭਨ ਮਹਿ ਕਾਰ ਕਮਾਈ। ਜੋ ਸਾਰਿਆਂ ਨਾਲ ਮਿਲ ਕੇ ਬੌਲੀ ਸਾਹਿਬ ਦੀ ਕਾਰ ਸੇਵਾ ਕਮਾਉਂਦੀ ਹੈ, ਕਰਦੀ ਹੈ। ਜਾਮਨ ਮਹਿ ਅਲੋਪ ਹੋਏ ਜਾਈ। ਪਰ ਜਦੋਂ ਜਾਮਨ ਭਾਵ ਰਾਤ ਪੈਂਦੀ ਹੈ, ਉਸ ਸਮੇਂ ਅਲੋਪ ਹੋ ਜਾਂਦੀ ਹੈ। ਪਤਾ ਨਹੀਂ ਉਹ ਕਿੱਥੇ ਰਹਿੰਦੀ ਹੈ, ਕਿੱਥੇ ਜਾਂਦੀ ਹੈ। ਸਭ ਕੇ ਦੇਖਤ ਨਹਿ ਦਰਸਾਈ। ਆ ਸਾਰਿਆਂ ਦੇ ਦੇਖਦੇ ਆ, ਪਤਾ ਨਹੀਂ ਮਹਾਰਾਜ ਕਿੱਥੇ ਲੋਪ ਹੋ ਜਾਂਦੀ ਹੈ, ਕਿਸੇ ਨੂੰ ਦਿਸਦੀ ਨਹੀਂ। ਪ੍ਰਾਤ ਹੋਤ ਪ੍ਰਗਟ ਪੁਨ ਤੈਸੀ। ਤੇ ਜਦੋਂ ਆ ਸਵੇਰ ਹੁੰਦੀ ਹੈ, ਫਿਰ ਉਸੇ ਤਰ੍ਹਾਂ ਉਹ ਇੱਥੇ ਹੀ ਪ੍ਰਗਟ ਹੁੰਦੀ ਹੈ, ਸੇਵਾ ਕਰਦੀ ਹੈ। ਕਰਤਕਾਰ ਸਭ ਸਿੱਖਨ ਜੈਸੇ। ਕਿਉਂ ਮਹਾਰਾਜ ਸੇਵਾ ਕਰਦੀ ਹੈ ਜਿਵੇਂ ਬਾਕੀ ਸਾਰੇ ਸਿੱਖ ਸੇਵਾ ਕਰਦੇ ਹਨ। ਇੱਕ ਅਚਰਜ ਪੁਨ ਕਰਤ ਸੋ ਔਰ। ਤੇ ਇੱਕ ਮਹਾਰਾਜ ਹੋਰ ਅਚਰਜ ਜੀ ਗੱਲ ਕਰਦੀ ਹੈ। ਕਾਰ ਕਰਤ ਬੈਠਤ ਜਿਸ ਠੌਰ। ਸੇਵਾ ਕਰਦਿਆਂ ਜਿਸ ਜਗ੍ਹਾ ਬਹਿੰਦੀ ਹੈ, ਹਾਥ ਪਸਾਰ ਸੰਕੋਚਤ ਫੇਰ। ਉਹ ਮਹਾਰਾਜ ਹੱਥ ਜੇ ਮਾਰਦੀ ਹੈ ਤੇ ਫੇਰ ਭਾਵ ਉੱਪਰ ਨੂੰ ਹੱਥ ਕਰਕੇ ਹਲੂਣਾ ਜਿਹਾ ਜਿਵੇਂ ਦਿੰਦੀ ਹੈ, ਫੇਰ ਆਪਣੇ ਹੱਥ ਸੰਕੋਚ ਲੈਂਦੀ ਹੈ। ਜਾਣਿਓ ਜਾਏ ਨਾ ਕੱਛ ਰਹੇ ਹੇਰ। ਅਸੀਂ ਤਾਂ ਮਹਾਰਾਜ ਬਹੁਤ ਵੇਖ ਰਹੇ ਹਾਂ, ਸਾਨੂੰ ਕੋਈ ਸਮਝ ਨਹੀਂ ਆਉਂਦੀ ਕੀ ਗੱਲ ਹੈ। ਕੋ ਹੈ ਇਹੋ ਕਿਹ ਪੁਰ ਘਰ ਬਸੈ। ਇਹ ਇਸਤਰੀ ਕੌਣ ਹੈ
ਤੇ ਕਿਹੜੇ ਘਰ ਵਿੱਚ ਕਿਹੜੇ ਨਗਰ ਵਿੱਚ ਮਹਾਰਾਜੇ ਰਹਿੰਦੀ ਹੈ। ਕਿਮ ਪਹੁੰਚੈ ਅਰ ਕਿਮ ਨਹਿ ਦਿਸੈ, ਸਵੇਰੇ ਕਿਵੇਂ ਪਹੁੰਚ ਜਾਂਦੀ ਆ, ਸ਼ਾਮ ਹੁੰਦੀ ਹੈ ਕਿਉਂ ਨਹੀਂ ਦਿਸਦੀ, ਕਿੱਥੇ ਜਾਂਦੀ ਹੈ। ਸੁਣ ਸ੍ਰੀ ਅਮਰਦਾਸ ਤਿਨ ਸੰਗ, ਤਾਂ ਸੁਣ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਉਹਨਾਂ ਨਾਲ ਕਰਿਓ ਸੁਨਾਵਨ ਸਰਬ ਪ੍ਰਸੰਗ। ਇਹ ਸਾਰਾ ਪ੍ਰਸੰਗ ਮਹਾਰਾਜ ਨੇ ਸੁਣਾਉਣਾ ਕੀਤਾ। ਕਾਬਲ ਮਹਿ ਇੱਕ ਸਿੱਖ ਗੁਰ ਘੇਰੋ, ਭਾਈ ਕਾਬਲ ਦੇ ਵਿੱਚ ਇੱਕ ਗੁਰੂ ਨਾਨਕ ਦੇ ਮਹਾਰਾਜ ਦੇ ਘਰ ਦਾ ਸਿੱਖ, ਤਿਸ ਕੀ ਇਹੋ ਤ੍ਰੀਐ ਸਿੱਖਣੀ ਹੀਰੋ। ਇਹ ਜਾਣ ਲਓ ਵੀ ਜਿਹੜੀ ਇਹ ਇਸਤਰੀ ਹੈ ਉਸ ਸਿੱਖ ਦੇ ਘਰ ਵਾਲੀ ਸਿੱਖਣੀ ਹੈ। ਪਤੀ ਬਰਤਾ ਵੱਡ ਭਾਗਨ ਭਲੀ, ਇਹ ਪਤੀ ਵਰਤਾ ਇਸਤਰੀ ਹੈ, ਵੱਡੇ ਭਾਗਾਂ ਵਾਲੀ ਹੈ। ਪਤ ਸੇਵਿਓ ਲੈ ਸ਼ਕਤੀ ਭਲੀ, ਤੇ ਪਤੀ ਦੀ ਸੇਵਾ ਕਰਦਿਆਂ ਹੀ ਇਹਨੂੰ ਵੱਡੀ ਇਹ ਸ਼ਕਤੀ ਵਾਲੀ ਹੋ ਗਈ। ਤਿਸ ਸਿੱਖ ਨੇ ਗੁਰ ਸੇਵ ਬਤਾਈ, ਉਹ ਸਿੱਖ ਨੇ ਇਹਨੂੰ ਸੇਵਾ ਦੱਸੀ ਕਿ ਗੁਰੂ ਸਾਹਿਬ ਦੀ ਬੌਲੀ ਸਾਹਿਬ ਉੱਥੇ ਸੇਵਾ ਚੱਲਦੀ ਹੈ। ਨਿਜ ਸ਼ਕਤੀ ਜੁਤ ਨਿਤ ਇਹਾਂ ਆਈ, ਤੇ ਆਪਣੀ ਸ਼ਕਤੀ ਸਮੇਤ ਰੋਜ਼ ਇੱਥੇ ਆਉਂਦੀ ਹੈ। ਕਾਬਲ ਸੋ ਚਬ ਚੱਲ ਕਰ ਆਵੇ, ਇਸ ਕਰਕੇ ਉਹ ਸ਼ਕਤੀ ਨਾਲ ਹੀ ਮਹਾਰਾਜ ਕਹਿੰਦੇ ਕਾਬਲ ਤੋਂ ਛਿਨ ਵਿੱਚ ਹੀ ਚੱਲ ਕੇ ਇੱਥੇ ਪਹੁੰਚ ਜਾਂਦੀ ਹੈ। ਜਦੋਂ ਇਹ ਕਾਬਲ ਤੋਂ ਇੱਥੇ ਆਉਂਦੀ ਹੈ, ਪਲਣੇ ਪਰ ਨਿਜ ਸੁੱਤ ਕੋ ਪਾਵੇ, ਇਹ ਆਪਣੇ ਪੁੱਤਰ ਇਹਦਾ ਛੋਟਾ ਜਿਹਾ ਬੱਚਾ ਹੈ, ਮਹਾਰਾਜ ਕਹਿੰਦੇ ਉਹਨੂੰ ਭੰਗੂੜੇ ਵਿੱਚ ਪਾ ਕੇ ਆਉਂਦੀ ਹੈ। ਬਾਪੀ ਕਾਰ ਕਰੈ ਤੇ ਸਜਾਨੈ, ਇੱਥੇ ਆ ਕੇ ਬੌਲੀ ਦੀ ਜਦੋਂ ਸੇਵਾ ਕਰਦੀ ਹੈ ਤੇ ਨਾਲ ਜਦੋਂ ਉਧਰ ਜਾਣਦੀ ਹੈ, ਹੱਥ ਪਸਾਰ ਝੁਲਾਵਨ ਠਾਨੈ, ਇਹ ਹੱਥ ਜੇ ਪਸਾਰ ਕੇ ਉਸ ਸ਼ਕਤੀ ਦੁਆਰਾ ਹੀ ਆਪਣੇ ਬੱਚੇ ਦਾ ਭੰਗੂੜਾ ਹਿਲਾ ਦਿੰਦੀ ਹੈ। ਹੁਣ ਇਸ ਗੱਲ ਤੇ ਜੇ ਅਗਰ ਕੋਈ ਸ਼ੰਕਾ ਕਰਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉੱਤਰ ਦਿੱਤਾ ਹੋਇਆ ਹੈ। ਗੁਰਮੁਖੋ, ਮਹਾਰਾਜ ਦੀ ਬਾਣੀ ਰਹਿਰਾਸ ਸਾਹਿਬ ਦਾ ਪਾਠ ਹੁਣ ਰੋਜ਼ ਹੁੰਦਾ ਹੈ ਨਾ ਕਥਾ ਤੋਂ ਬਾਅਦ, ਤੇ ਆਪਾਂ ਪੜ੍ਹਦੇ ਆਂ ਬਚਨ ਸੁਣਦੇ ਆਂ। ਊਡੈ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਹੁਣ ਦੱਸੋ, ਇਹ ਗੱਲ ਤਾਂ ਹੁਣ ਵੀ ਹੈ ਨਾ ਕਿ ਕੂੰਜਾਂ ਸਾਇਬੇਰੀਆ ਰਸੀਆ ਕੀ ਹੋਰ ਸਿਆਲਾਂ ਦੇ ਵਿੱਚ ਜਦੋਂ ਬਰਫ਼ ਪੈ ਜਾਂਦੀ ਹੈ, ਉੱਥੋਂ ਉੱਡ ਕੇ ਮੈਦਾਨੀ ਇਲਾਕਿਆਂ 'ਚ ਆ ਜਾਂਦੀਆਂ। ਊਡੇ ਊੜੇ ਆਵੈ ਸੈ ਕੋਸਾਂ, 100 ਕੋਹਾਂ ਦੂਰ ਆ ਗਈਆਂ। ਤੇ ਸਪਾਛੈ ਬਚਰੇ ਛੜਿਆ, ਪਿੱਛੇ ਆਪਣੇ ਬੱਚਿਆਂ ਨੂੰ ਉਵੇਂ ਹੀ ਛੱਡ ਆਉਂਦੀਆਂ ਆਲਣਿਆਂ ਖੁੱਡਾਂ ਵਿੱਚ। ਹੁਣ ਕਵਣ ਖਲਾਵੇ ਕਵਣ ਚੁਗਾਵੇ, ਸਵਾਲ ਕੀਤਾ ਨਾ, ਦੱਸੋ ਫਿਰ ਉਹਨਾਂ ਨੂੰ ਕੌਣ ਖਵਾਉਂਦਾ ਹੈ, ਕੌਣ ਚਗਾਉਂਦਾ ਹੈ, ਉਹ ਕਿਵੇਂ ਪਲ ਜਾਂਦੇ, ਤਾਂ ਗਲ ਜਾਣ ਜੇ ਉਹਨਾਂ ਨੂੰ। ਉਹ ਸਾਰਾ ਕੀ ਹੈ, ਮਨ ਮਹਿ ਸਿਮਰਨ ਕਰਿਆ। ਉਹ ਕੁੰਜਾਂ ਦਾ ਮਨ ਦੇ ਵਿੱਚ ਬੱਚਿਆਂ ਦੀ ਯਾਦ ਹੈ। ਇਹ ਯਾਦ ਹੀ ਇੱਕ ਐਸਾ ਤਾਕਤ ਹੈ ਜਿਹਦੇ ਨਾਲ ਉਹ ਬੱਚਿਆਂ ਨੂੰ ਗਰਮੈਸ਼ ਵੀ, ਜਿਹਦੇ ਨਾਲ ਬੱਚਿਆਂ ਨੂੰ ਖੁਰਾਕ ਵੀ, ਸਭ ਕੁਝ ਇੱਕ ਯਾਦ ਨਾਲ ਹੀ ਮਿਲੀ ਜਾਂਦਾ ਹੈ। ਤੇ ਜਦੋਂ ਗੁਰਮੁਖੋ ਸਿਆਲ ਲੰਘ ਜਾਂਦੇ ਆ, ਬਰਫ਼ ਢਲ ਜਾਂਦੀ ਹੈ, ਕੁੰਜਾਂ ਵਾਪਸ ਉਵੇਂ ਹੀ ਆਪਦੇ ਬੱਚਿਆਂ ਨੂੰ ਜਾ ਕੇ ਉੱਥੇ ਪਛਾਣ ਲੈਂਦੀਆਂ, ਆਪਦੇ ਘਰ ਸਭ ਕੁਝ। ਇਹ ਖੇਡ ਜਦੋਂ ਦਾ ਜਗਤ ਰਚਿਆ ਪ੍ਰਮਾਤਮਾ ਨੇ ਇਸੇ ਤਰ੍ਹਾਂ ਹੀ ਬਣਾਈ ਹੈ। ਬਹੁਤ ਕੁਝ ਹੈ ਕੁਦਰਤ ਵਿੱਚ ਪਰਮੇਸ਼ਰ ਦਾ ਬਣਾਇਆ, ਇਹ ਤਾਂ ਮਾਲਕ ਵਾਹਿਗੁਰੂ ਜਾਣਦਾ ਹੈ। ਇਸ ਕਰਕੇ ਵੀ ਐਵੇਂ ਨਹੀਂ ਹਰੇਕ ਗੱਲ ਤੇ ਆਏ ਨਹੀਂ ਆਏ ਕਿਵੇਂ, ਇਹ ਪਰਮਾਤਮਾ ਦੀਆਂ ਖੇਡਾਂ ਦਾ ਇੱਥੇ ਪਤਾ ਹੀ ਨਹੀਂ ਕੀ ਕੁਛ ਵਾਹਿਗੁਰੂ ਨੇ ਕੀਤਾ ਹੋਇਆ ਜਗਤ ਵਿੱਚ। ਇਸ ਕਰਕੇ ਭਾਈ ਇਹ ਵਾਹਿਗੁਰੂ ਤੇਰੀਆਂ ਕੁਦਰਤਾਂ ਦੇ ਤੂੰ ਹੀ ਰੰਗ ਜਾਣਦਾ, ਇਹ ਤੂੰ ਹੀ ਜਾਣਦਾ। ਮਹਾਰਾਜ ਕਹਿੰਦੇ ਹਾਥ ਪਸਾਰ ਝੁਲਾਵਨ ਠਾਨੈ, ਇਹ ਜਦੋਂ ਹੱਥ ਪਸਾਰਦੀ ਹੈ, ਭੰਗੂੜਾ ਜਿਹੜਾ ਹੈ ਹਿਲਾਉਂਦੀ ਆ, ਉਹਨੂੰ ਚਲਾਉਂਦੀ ਹੈ। ਨਿਸਮਹਿ ਘਰ ਕੋ ਜਾਏ ਸੰਭਾਰੈ, ਤੇ ਰਾਤ ਨੂੰ ਆਪਣੇ ਘਰ ਜਾ ਕੇ ਉਸ ਬੱਚੇ ਨੂੰ ਸੰਭਾਲਦੀ ਹੈ। ਸੁਤ ਪਤ ਸੋ ਮਿਲ ਆਨੰਦ ਧਾਰੈ, ਪੁੱਤਰ ਨੂੰ ਪਤੀ ਨੂੰ ਮਿਲਦੀ ਜਾ ਕੇ ਆਨੰਦ ਖੁਸ਼ੀ ਧਾਰਦੀ ਹੈ। ਪਤਿਵ੍ਰਤ ਸੋ ਨਹਿ ਧਰਮ ਔਰ ਤ੍ਰੀਐ,
ਗੁਰੂ ਸਾਹਿਬ ਕਹਿੰਦੇ ਪਤੀ ਬ੍ਰਤ ਰਹਿਣਾ ਇਦੋਂ ਵੱਡਾ ਇਸਤਰੀ ਲਈ ਕੋਈ ਹੋਰ ਧਰਮ ਨਹੀਂ। ਜਿਸ ਤੇ ਮਹਾ ਸ਼ਕਤ ਧਾਰਤ ਹੀ ਹੈ, ਜਿਹਦੇ ਨਾਲ ਗੁਰਮੁਖ ਉਹ ਇੱਕ ਵੱਡੀ ਸ਼ਕਤੀ ਧਾਰ ਲੈਂਦੇ ਆ। ਹੁਣ ਆਪਾਂ ਜਾਣਦੇ ਆ ਸ੍ਰੀ ਅੰਮ੍ਰਿਤਸਰ ਸਾਹਿਬ, ਹੁਣ ਤੋਂ ਬਾਜ਼ਾਰ ਖਤਮ ਹੋ ਗਿਆ ਨਾ, ਉੱਥੇ ਹੁਣ ਸਾਰਾ ਖੋਲ ਦਿੱਤਾ ਗਿਆ। ਹੁਣ ਵੀ ਤੁਸੀਂ ਸੁਣਦੇ ਹੋ ਨਾ ਮਾਈ ਸੇਵਾ ਬਾਜ਼ਾਰ, ਉਹ ਮਾਈ ਸੇਵਾ ਵੀ ਇੱਥੇ ਅੰਮ੍ਰਿਤਸਰ ਸਾਹਿਬ ਵੀ ਇਸੇ ਤਰ੍ਹਾਂ ਹੀ ਇੱਕ ਸੇਵਾ ਕਰਦੀ ਹੁੰਦੀ ਸੀ, ਜਿਹਦੇ ਨਾਂ ਤੇ ਫਿਰ ਬਾਜ਼ਾਰ ਮਹਾਰਾਜ ਨੇ ਉਹ ਬਣਾਇਆ ਤੇ ਉਹਦਾ ਨਾਂ ਉਸ ਸਿੱਖਣੀ ਬੀਬੀ ਦੇ ਨਾਮ ਤੇ ਮਾਈ ਸੇਵਾ ਰੱਖਿਆ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਹਦੇ ਨਾਲ ਪਤੀ ਵਰਤਾ ਧਰਮ ਵਿੱਚ ਹੈ ਤੇ ਮਹਾ ਸ਼ਕਤੀ ਵੱਡੀ ਸ਼ਕਤੀ ਜਿਹੜੀ ਅੰਦਰ ਧਾਰਨ ਕਰ ਲੈਂਦੀ ਹੈ। ਅਸ ਸਤਿਗੁਰ ਜਬ ਕਥਾ ਸੁਣਾਈ, ਇਸ ਤਰ੍ਹਾਂ ਦੀ ਜਦੋਂ ਸਤਿਗੁਰੂ ਨੇ ਕਥਾ ਸੁਣਾਈ, ਧੰਨ ਧੰਨ ਕਹਿ ਸੀਸ ਨਿਵਾਈ। ਸਾਰੇ ਧੰਨ ਧੰਨ ਕਹਿੰਦੇ ਨੇ, ਧੰਨ ਹੈ ਬੀਬੀ ਕਮਾਈ ਕੀਤੀ ਨਾਮ ਜਪਦੀ, ਇਸ ਨਾਲ ਪਤੀ ਵਰਤਾ ਧਰਮ ਨਿਭਾਉਂਦੀ। ਕਿੱਡੀ ਤਾਕਤ ਕਿੱਡੀ ਸ਼ਕਤੀ ਹਾਸਲ ਹੋ ਗਈ। ਇਹ ਛਿਨ ਵਿੱਚ ਆ ਕੇ ਪ੍ਰਗਟ ਹੋ ਜਾਣਾ, ਛਿਨ ਵਿੱਚ ਘਰ ਚਲੇ ਜਾਣਾ, ਸੇਵਾ ਕਰਦੀ ਵੀ ਬੱਚੇ ਦਾ ਖਿਆਲ ਰੱਖਦੀ। ਇਹ ਕਿੱਡੀਆਂ ਤਾਕਤਾਂ ਪ੍ਰਾਪਤ ਹੋਈਆਂ, ਇਹ ਗੁਰੂ ਪਾਤਸ਼ਾਹ ਦੀ ਕਿਰਪਾ ਹੈ। ਧੰਨ ਧੰਨ ਕਹਿ ਸੀ, ਧੰਨ ਹੈ ਮਾਲਕ ਤੂੰ ਧੰਨ ਹੈ, ਇਉਂ ਸੀਸ ਨਿਵਾਉਂਦੇ ਹਨ। ਪੁਨ ਗੁਰ ਮਾਈ ਨਿਕਟ ਹਕਾਰੀ। ਫਿਰ ਭਾਈ ਉਹ ਜਿਹੜੀ ਮਾਈ ਸੀ ਗੁਰੂ ਸਾਹਿਬ ਨੇ ਕੋਲ ਸੱਦੀ ਹੈ। ਕਰੀ ਨਿਹਾਲ ਸੋ ਗਿਰਾ ਉਚਾਰੀ, ਬਚਨ ਕਰ ਦਿੱਤੇ ਉਸ ਨੂੰ ਤੇ ਨਿਹਾਲ ਕਰ ਦਿੱਤਾ। ਆਤਮ ਗਿਆਨ ਦੰਪਤੀ ਪਾਵੋ। ਸਤਿਗੁਰਾਂ ਨੇ ਕਿਹਾ ਤੁਸੀਂ ਦੋਵੇਂ ਪਤਨੀ ਪਤੀ ਦੋਵੇਂ ਜਾਣੇ ਆਤਮਿਕ ਗਿਆਨ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ। ਅੰਤ ਸਮੇਂ ਮੁਝ ਕੋ ਮਿਲ ਜਾਵੋ। ਜਦੋਂ ਅੰਤ ਦਾ ਸਮਾਂ ਆਇਆ ਤੁਸੀਂ ਮੇਰੇ ਨਾਲ ਹੀ ਮਿਲ ਜਾਵੋਗੇ, ਮੇਰੇ ਵਿੱਚ ਹੀ ਮਿਲ ਜਾਵੋਗੇ। ਹਿਮ ਪ੍ਰਸੰਗ ਤਿਸ ਮਾਈ ਕੇਰਾ। ਇਸ ਤਰ੍ਹਾਂ ਦਾ ਭਾਈ ਉਹ ਮਾਈ ਦਾ ਵੀ ਪ੍ਰਸੰਗ ਜੋ ਹੋਇਆ ਹੈ, ਕਰਿਓ ਉਧਾਰ ਗੁਰੂ ਤਿਸ ਬੇਰਾ। ਗੁਰੂ ਸਾਹਿਬ ਨੇ ਉਸੇ ਸਮੇਂ ਉਹਨਾਂ ਉਧਾਰ ਕਰ ਦਿੱਤਾ। ਅਸ ਸਤਿਗੁਰ ਸਭ ਜਗ ਦਾਤਾਰ। ਐਸੇ ਸਤਿਗੁਰੂ ਜੀ ਜੋ ਭਾਈ ਸਾਰੇ ਜਗਤ ਦੇ ਦਾਤੇ ਹਨ। ਕਬ ਪਦ ਪੰਕਜ ਪਰ ਬਲਿਹਾਰ। ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਮੈਂ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਤੋਂ ਬਲਿਹਾਰ ਜਾਂਦਾ ਹਾਂ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤ੍ਰਿਤੀਏ ਮਹੱਲੇ ਤੀਜੇ ਮਹੱਲੇ ਦੇ ਕੜ ਟੂਟਣ ਔ ਪਤਿਵ੍ਰਤਾ ਪ੍ਰਸੰਗ ਵਰਣਨ। ਇੱਕ ਤਾਂ ਕੜ ਟੁੱਟਣ ਦਾ ਪ੍ਰਸੰਗ, ਦੂਜਾ ਪਤਿਵ੍ਰਤਾ ਇਸਤਰੀ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ 12ਵਾਂ ਮੰਦਰ ਹੈ। ਇਹ ਭਾਈ 2 ਤੇ 10 12ਵੇਂ ਘਰ ਦਾ ਪ੍ਰਸੰਗ ਹੈ। ਆਓ ਹੁਣ ਟਾਈਮ ਵੀ ਹੋ ਗਿਆ ਲਗਭਗ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਸਤਿਗੁਰੂ ਸਾਰਿਆਂ ਸਿਰ ਮਿਹਰ ਭਰਿਆ ਹੱਥ ਰੱਖਣ। ਤੰਦਰੁਸਤੀ ਤੇ ਚੜ੍ਹਦੀਆਂ ਕਲਾਂ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।